ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜੀਤ ਹਰਜੀਤ ਅਜ਼ੀਜ਼ ਸਰੋਏ ਹੋਰਾਂ ਦੀ ਕਹਾਣੀ ਰੱਤ ਭਿੱਜੇ ਦਿਨ ਲੈ ਕੇ ਹਾਜ਼ਰ ਹਾਂ। ਘੱਗਰ ਦੀ ਬੁੱਕਲ 'ਚ ਵਸਿਆ ਪਿੰਡ ਮੀਰਾਂ ਵਾਲੀ ਰਿਆਉਂਦ ਮੁਸਲਿਮ ਰੰਗਤ ਦਾ ਪਿੰਡ ਸੀ। ਮੁਸਲਮਾਨ ਪੀਰ ਹੀ ਪਿੰਡ ਦੇ ਮਾਲਕ ਸੀ, ਪਿੰਡ ਦੇ ਮੋਢੀ ਗੱਡ। ਉਹ ਸਿਰਫ ਪੀਰਾਂ ਵਾਲੀ ਦੇ ਹੀ ਨਹੀਂ ਸਗੋਂ ਪੀਰਾਂ ਵਾਲੀ ਸਮੇਤ ਰਿਆਉਂਦ ਖੁਰਦ, ਸਤੀਕੇ, ਸਨਾਲ ਤੇ ਕਨਾਲ ਦੇ ਵੀ ਮਾਲਕ ਸੀ। ਰਾਮਦਾਸੀਏ, ਮਜ਼੍ਹਬੀ, ਨਾਈ, ਤਰਖਾਣ ਉਹਨਾਂ ਦੇ ਲਾਗੀ ਸੇਪੀ ਵਜੋਂ ਕੰਮ ਕਰਦੇ, ਜਦ ਕਿ ਵਾਹੀਜੋ ਕਿਸਾਨ ਪੀਰਾਂ ਦੇ ਮਹਿਰ ਮੁਜ਼ਾਰੇ ਸੀ। ਪੰਜੇ ਪਿੰਡ ਆਪਣੀ ਫਸਲ ਦਾ ਚੌਥਾ ਹਿੱਸਾ ਬਟਾਈ ਵਜੋਂ ਪੀਰਾਂ ਨੂੰ ਦਿੰਦੇ। ਪੀਰ ਠਾਠ ਬਾਠ ਤੇ ਸ਼ਾਨੋ ਸ਼ੌਕਤ ਨਾਲ ਜ਼ਿੰਦਗੀ ਬਸਰ ਕਰਦੇ ਆ ਰਹੇ ਸੀ। ਗਰਮੀ ਸਰਦੀ ਹੁੱਕੇ ਗੁੜਗੜਾਉਂਦੇ, ਬਾਜ਼ੀਆਂ ਦਾ ਆਨੰਦ ਲੈਂਦੇ, ਘੋੜ ਦੌੜਾਂ ਹੁੰਦੀਆਂ, ਸਵਾਂਗ ਰਚਣ ਵਾਲੇ ਰੰਗ ਬੰਨ੍ਹਦੇ। ਪਿੰਡ ਦੇ ਮਾਲਕ ਕਿਸੇ ਨੂੰ ਘਰੋਂ ਘਰੀ ਖਾਲੀ ਨਾ ਮੋੜਦੇ। ਵਕਤ ਮਿਲਦਾ ਤਾਂ ਘੋੜਿਆਂ ਤੇ ਸਵਾਰ ਹੋ ਕੇ ਖੇਤਾਂ ਵੱਲ ਗੇੜਾ ਮਾਰਦੇ। ਇਕੱਲੇ ਰਿਆਉਂਦ ਖੁਰਦ ਦਾ ਮਾਲਕ ਮਿਹਰ ਮੁਲਤਾਨੀ ਚੀਨੀ ਘੋੜੀ ਤੇ ਸਵਾਰ ਹੋ ਕੇ ਕੁੱਲੇ ਵਾਲੀ ਪੱਗ ਬੰਨ੍ਹ ਜਦ ਲੰਘਦਾ ਤਾਂ ਲੋਕ ਰਾਹ ਛੱਡ ਦਿੰਦੇ। ਰੌਸ਼ਨੀ ਦੇ ਮੇਲੇ ਦਾ ਉਹ ਕਰਤਾ ਧਰਤਾ ਹੁੰਦਾ। ਸਾਰੇ ਮੁਸਲਮਾਨ ਪਰਿਵਾਰ ਉਸ ਦੀ ਗੱਲ ਹੇਠਾਂ ਨਾ ਡਿੱਗਣ ਦਿੰਦੇ। ਉਹਨਾਂ ਲਈ ਪੀਰ ਬਾਬਾ ਕੁਤਬ ਸ਼ਾਹ ਹੁਸੈਨ ਦੀ ਦਰਗਾਹ ਕਿਸੇ ਮੱਕੇ ਤੋਂ ਘੱਟ ਨਹੀਂ। ਪੀਰ ਦੀ ਮਜ਼ਾਰ ਤੇ ਹਾੜ ਦੇ ਪਹਿਲੇ 3 ਦਿਨ ਰੌਸ਼ਨੀ ਦਾ ਮੇਲਾ ਭਰਦਾ। ਪੂਰਾ ਵਿਸਾਖ ਤਿਆਰੀਆਂ ਵਿੱਚ ਲੰਘ ਜਾਂਦਾ। ਪੀਰਾਂ ਲਈ ਰੌਸ਼ਨੀ ਦਾ ਮੇਲਾ ਕਿਸੇ ਦੀਵਾਲੀ ਦੁਸ਼ਹਿਰੇ ਤੋਂ ਘੱਟ ਨਹੀਂ ਸੀ। 50 ਕੋਹ ਤੋਂ ਖਲਕਤ ਰੌਸ਼ਨੀ ਦਾ ਮੇਲਾ ਵੇਖਣ ਆਉਂਦੀ। ਨੇੜਲੇ ਪਿੰਡ ਸਸਪਾਲੀ, ਸਤੀਕਾ, ਦੋਵੇਂ ਗੰਢੂਆਂ, ਕਾਨਗੜ੍ਹ, ਕੁਲਰੀਆਂ ਤੱਕ ਦੇ ਲੋਕ ਮੇਲੇ ਦੀ ਸ਼ੋਭਾ ਵਧਾਉਣ ਆਉਂਦੇ। ਮਿਹਰ ਮੁਲਤਾਨੀ ਦੀ ਰਹਿਨੁਮਾਈ ਵਜੋਂ 'ਚ ਇਸ ਵਾਰ ਦੀ ਹਾੜ ਦੀ ਰੌਸ਼ਨੀ ਦੇ ਮੇਲੇ ਦੀਆਂ ਤਿਆਰੀਆਂ ਆਰੰਭ ਹੋ ਗਈਆਂ। ਇਸ ਵਾਰ ਮੇਲੇ ਦਾ ਰੰਗ ਪਹਿਲਾਂ ਵਾਲਾ ਨਹੀਂ ਸੀ। 47 ਦੇ ਭੈ ਨੇ ਮੇਲੇ ਦੇ ਨਕਸ਼ ਵਿਗਾੜ ਦਿੱਤੇ ਸੀ। 47 ਦਾ ਵਰ੍ਹਾ ਚੜ੍ਹਿਆ ਤਾਂ ਆਮ ਵਰ੍ਹਿਆਂ ਵਾਂਗ ਸੀ, ਪਰ ਇਸ ਦਾ ਹਰ ਮਹੀਨਾ ਗਿਰਗਿਟ ਵਾਂਗ ਰੰਗ ਬਦਲਦਾ ਆ ਰਿਹਾ ਸੀ। ਖੇਤਾਂ, ਖਲਿਆਣਾਂ, ਸੱਥਾਂ, ਘਰਾਂ ਦਰਾਂ ਵਿੱਚ ਅਕਸਰ ਰੌਸ਼ਨੀ ਦੇ ਮੇਲੇ ਦੀਆਂ ਗੱਲਾਂ ਹੁੰਦੀਆਂ। ਦੇਖੋ ਬਈ ਇਸ ਵਾਰ ਮੇਲਾ ਭਰੂ ਕਿ ਨਾ। ਮੇਲਾ ਤਾਂ ਭਰੂ, ਪੀਰ ਵੀ ਗੜਸ ਵਾਲੇ ਨੇ। ਰੌਲਾ ਗੌਲਾ ਨਹੀਂ ਹੋਣ ਦਿੰਦੇ। ਰੌਲਾ ਵੀ ਪਿਆ ਹੋਇਆ ਬਈ ਮੁਸਲਮਾਨ ਤਾਂ ਨਵੇਂ ਮੁਲਕ 'ਚ ਜਾਣਗੇ। ਉਹ ਕਹਿਣ ਦੀਆਂ ਗੱਲਾਂ ਨੇ, ਮੁੱਦਤਾਂ ਬੀਤ ਗਈਆਂ, ਪਹਿਲਾਂ ਕਦੇ ਹੋਇਆ ਐ। ਮੇਲੇ ਦੀ ਰੌਣਕ ਵਧਾਉਣ ਦੇਖੋ ਇਸ ਵਾਰ ਕੌਣ ਆਊ। ਚੱਲਾਂਗੇ ਫਿਰ ਰੌਣਕ ਮੇਲਾ ਦੇਖਣ। ਹਾਲੀ ਪਾਲੀ ਜਾਣ ਦੀਆਂ ਵਿਚਾਰਾਂ ਕਰਦੇ। ਬੇਸ਼ੱਕ ਮੁਲਕ ਦੇ ਹਾਲਾਤ ਵੱਧ ਤੋਂ ਬਦਤਰ ਹੁੰਦੇ ਜਾ ਰਹੇ ਸੀ, ਪਰ ਰੌਸ਼ਨੀ ਦੇ ਮੇਲੇ ਦਾ ਰੰਗ ਜਿਉਂ ਤਿਉਂ ਸੀ। ਹਾੜੀ ਦੀ ਸੰਗਰਾਂਦ ਵਾਲੇ ਦਿਨ ਮੇਲਾ ਸ਼ੁਰੂ ਹੋ ਗਿਆ। ਨੇੜਲੇ ਪਿੰਡਾਂ ਦੀ ਖਲਕਤ ਊਠਾਂ, ਗੱਡਿਆਂ, ਘੋੜਿਆਂ ਤੇ ਸਵਾਰ ਹੋ ਕੇ ਪੀਰਾਂ ਵਾਲੀ ਵੱਲ ਉੱਲਰ ਪਈ। ਬਹੁਤੇ ਪੈਦਲ ਵਾਹਨੀ ਨੱਕ ਦੀ ਸੇਧ ਤੁਰੇ ਆ ਰਹੇ ਸੀ। ਸੂਰਜ ਦੀ ਪਹਿਲੀ ਕਿਰਨ ਨਾਲ ਮੇਲਾ ਭਖ ਗਿਆ। ਕਾਲੇ ਡੋਰੀਏ, ਲਾਲ ਪਰਾਂਦੇ, ਗੋਟੇ ਵਾਲੀਆਂ ਚੁੰਨੀਆਂ, ਤਿੱਖੇ ਕਟਾਰ ਵਰਗੇ ਨੈਣਾਂ 'ਚ ਸੁਰਮੇ ਦੀ ਧਾਰੀ, ਅੱਲੜ ਮੁਟਿਆਰਾਂ, ਸ਼ੰਮਾਂ ਵਾਲੀ ਡਾਂਗ ਚੁੱਕੀ ਫਿਰਦੇ ਗੱਭਰੂ ਦੇ ਕਾਲਜੇ ਧੂ ਭਾਰ ਰਹੀਆਂ ਸਨ। ਦੁਪਹਿਰ ਢਲਣ ਕਾਰਨ ਉਹ ਤਾਂ ਘਰਾਂ ਨੂੰ ਪਰਤਣੀਆਂ ਵੀ ਸ਼ੁਰੂ ਹੋ ਗਈਆਂ। ਕੈਂਠੇ ਵਾਲੇ ਗੱਭਰੂ ਉਹਨਾਂ ਨੂੰ ਵੇਖ ਨੱਚ ਧੂੜਾਂ ਪੱਟ ਰਹੇ ਸੀ। ਮਸਤੀ ਅਤੇ ਲੋਰ ਚਾਏ ਉਹ ਮਲਵਈ ਬੋਲੀਆਂ ਦੀ ਲੜੀ ਟੁੱਟਣ ਹੀ ਨਹੀਂ ਸੀ ਦੇ ਰਹੇ। ਆਰੀ 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 ਬਈ ਪੀਰਾਂ ਵਾਲੀ ਪਿੰਡ ਸੁਣਿਆ, ਜਿੱਥੇ ਲੱਗਦੀ ਰੌਸ਼ਨੀ ਭਾਰੀ। ਓਏ ਰਸਦ ਮੁਹੰਮਦ ਨਾਂ ਸੁਣੀਦਾ, ਕਹਿੰਦੇ ਉਹ ਪਿੰਡ ਦਾ ਪਟਵਾਰੀ।
ਬਈ ਮਿਹਰ ਮਲਤਾਨੀ ਘਟਨੀ, ਛੋਟੀ ਰਿਆਉਂਦ ਕੱਲੇ ਦੀ ਸਾਰੀ, ਬਈ ਪਿੰਡ ਦਿਆਂ ਪੀਰਾਂ ਦੀ, ਪੰਜਾਂ ਪਿੰਡਾਂ ਤੇ ਸਰਦਾਰੀ, ਬਈ ਪਿੰਡ ਦਿਆਂ ਪੀਰਾਂ ਦੀ। ਪਿੱਛੋਂ ਆ ਕੇ ਮੁੰਡਿਆਂ ਨੇ ਬੋਲੀ ਚੁੱਕ ਲਈ, ਢੋਲ ਤੇ ਡੱਗਾ ਤੇਜ਼ੀ ਨਾਲ ਵੱਜਣ ਲੱਗਾ। ਜਲੇਬੀਆਂ ਤੇ ਵੇਸਣ ਦੇ ਲੱਡੂ ਦੀ ਖੁਸ਼ਬੂ ਹਰ ਮੇਲੀ ਨੂੰ ਆਪਣੇ ਵੱਲ ਖਿੱਚ ਰਹੀ ਸੀ। ਸਿਰਸਾ ਰਾਣੀਆਂ ਤੋਂ ਆਏ ਜੋਗੀਆਂ ਦਾ ਸਪੇਰਾ ਨਾਚ ਹਰੇਕ ਨੂੰ ਹੀ ਮੰਤਰ ਮੁਕਤ ਕਰ ਰਿਹਾ ਸੀ। ਭੁਗਤੂ ਢੋਲ ਕਾਟੋ ਦੇ ਸੰਗੀਤ ਵਿੱਚ ਜਿਵੇਂ ਬੋਲੀਆਂ ਦਾ ਮੀਂਹ ਪੈ ਰਿਹਾ ਸੀ। ਬੋਲੀਆਂ ਦੇ ਰਸ ਨੇ ਸਾਰੀ ਭੀੜ ਆਪਣੇ ਵੱਲ ਖਿੱਚ ਲਈ। ਉਧਰ ਘੋੜਿਆਂ ਤੇ ਬਲਦਾਂ ਦੀਆਂ ਦੌੜਾਂ ਹੋ ਕੇ ਹਟੀਆਂ ਤਾਂ ਖੁੱਲ੍ਹੇ ਪਿੜ ਵਿੱਚ ਛਿੰਝ ਦੀ ਤਿਆਰੀ ਹੋਣ ਲੱਗੀ। ਦੂਰੋਂ ਨੇੜਿਓਂ ਮੇਲੇ ਦੀ ਸ਼ੋਭਾ ਵਧਾਉਣ ਲਈ ਪਹਿਲਵਾਨ ਵੀ ਪਿੜ ਵਿੱਚ ਆ ਕੁੱਦੇ। ਰੰਗ ਬਿਰੰਗੇ ਜਾਂਗੀਏ ਪਾ ਕੇ ਪਹਿਲਵਾਨ ਅਖਾੜੇ 'ਚ ਪੱਟਾਂ ਤੇ ਥਾਪੀਆਂ ਮਾਰਨ ਲੱਗੇ, ਆਪਣੀ ਤਾਕਤ ਦਾ ਮਾਣ ਕਰਨ ਲੱਗੇ। ਅੱਜ ਪਹਿਲੇ ਦਿਨ ਮੰਢਾਲੀ ਵਾਲੇ ਸੁੱਚੇ ਤੇ ਨੰਗਲੀਏ ਜ਼ਮੀਰ ਦਾ ਘੋਲ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ। ਨੰਗਲ ਬਾਰੇ ਜ਼ਮੀਰ ਨੇ ਸੁੱਚੇ ਨੂੰ ਵੰਗਾਰਿਆ ਸੀ। ਪੱਟਾਂ ਤੇ ਹੱਥ ਮਾਰ ਕਹਿੰਦਾ ਸੀ, ਸੁੱਚਿਆ ਘੋਲ ਬੰਨ੍ਹ ਲੈ, ਜੇ ਮੇਰੀ ਢੂਈ ਲਾਤੀ ਮੈਂ ਆਪਣਾ ਲੰਗੋਟ ਕਿੱਲੀ ਤੇ ਟੰਗ ਦੂੰ। ਰੌਸ਼ਨੀ ਦੇ ਮੇਲੇ ਤੇ ਵੇਖਾਂਗੇ ਝੱਟ, ਸਮਾਂ ਤੇ ਸਥਾਨ ਤੈਅ ਸੀ। ਪੀਰਾਂ ਵਾਲੀ ਰੌਸ਼ਨੀ ਦਾ ਮੇਲਾ ਸੁੱਚੇ ਨੇ ਚੁਣੌਤੀ ਵਾਂਗ ਸਵੀਕਾਰ ਕਰ ਲਿਆ ਸੀ, ਪਰ ਸੁੱਚੇ ਨੂੰ ਵੰਗਾਰ ਕੇ ਜ਼ਮੀਰ ਨੇ ਸ਼ੇਰ ਦੇ ਜਵਾੜੇ 'ਚ ਹੱਥ ਪਾਉਣ ਵਾਲਾ ਕੰਮ ਕਰ ਲਿਆ। ਆਲੇ ਦੁਆਲੇ 50 ਕੋਹ ਤੱਕ ਖਬਰ ਫੈਲ ਗਈ। 50 ਪਿੰਡਾਂ ਦੇ ਲੋਕ ਅਖਾੜੇ ਵੱਲ ਆ ਪਹੁੰਚੇ। ਭੀੜ ਵੇਖ ਕੇ ਹਰ ਕੋਈ ਵਾਹਿਗੁਰੂ ਵਾਹਿਗੁਰੂ ਕਰਨ ਲੱਗਾ। ਤਿਲ ਸੁੱਟਣ ਨੂੰ ਵੀ ਥਾਂ ਨਹੀਂ ਰਹੀ। ਆਖਰ ਫਸਵਾਂ ਘੋਲ ਸ਼ੁਰੂ ਹੋਇਆ। ਢੋਲ ਦੇ ਡੱਗੇ ਤੇ ਦੈਂਗੜ ਦੈਂਗੜ ਹੋਣ ਲੱਗੀ। ਪਿੱਲੂ ਬਾਜ਼ੀਗਰ ਨੇ ਢੋਲ ਦਾ ਤਲਾ ਪਾਟਣ ਵਾਲਾ ਕਰ ਦਿੱਤਾ। ਉਸਦਾ ਦਮ ਉਖੜ ਗਿਆ, ਪਰ ਡੱਗਾ ਵੱਜਣੋਂ ਨਾ ਰੁਕਿਆ। ਕੁਸ਼ਤੀ ਪੂਰੀ ਰੌਚਕ ਬਣ ਗਈ। ਕਿੰਨਾ ਹੀ ਚਿਰ ਦੋਵੇਂ ਪਹਿਲਵਾਨ ਆਪਸ ਵਿੱਚ ਗੁੱਥਮ ਗੁੱਥੀ ਹੁੰਦੇ ਰਹੇ। ਢੂਈ ਲੱਗਣ ਦੇ ਨਹੀਂ ਸੀ ਆ ਰਹੀ। ਜਾਂ ਢੂਈ ਲੱਗਣ ਵਿੱਚ ਮਾਮੂਲੀ ਜਿਹੀ ਵਿੱਥ ਰਹਿ ਜਾਂਦੀ ਤਾਂ ਮੱਲਾਂ ਨਾਲੋਂ ਦਰਸ਼ਕ ਦਾ ਜ਼ੋਰ ਹੋਰ ਵੀ ਵੱਧ ਲੱਗਦਾ। ਇਹ ਘੋਲ ਸ਼ਾਨਾਂ ਤੇ ਭੇੜ ਤੋਂ ਜ਼ਰਾ ਵੀ ਘੱਟ ਨਹੀਂ ਸੀ। ਭੀੜ ਐਨੀ ਕਿ ਲੋਕ ਦਰਖਤ ਤੇ ਚੜ੍ਹ ਗਏ। ਸੁੱਚੇ ਦਾ ਸਰੀਰ ਵੀ ਸੁੱਚਾ ਸੀ। ਉਸਦਾ ਸਾਹ ਬਹੁਤ ਪੱਕਾ ਸੀ। ਦੇਖਣ ਵਾਲਿਆਂ ਦੀ ਦੰਦਾਂ ਹੇਠ ਜੀਭ ਆਈ ਹੋਈ ਸੀ। ਆਖਰ ਦਰਖਤਾਂ ਤੇ ਚੜ੍ਹੇ ਦਰਸ਼ਕਾਂ ਦਾ ਭਾਰ ਨਾਹਾਂ ਸਹਾਰਿਆ ਮੋਟੇ ਡਾਹਣ ਵੀ ਟੁੱਟ ਗਏ। ਲੱਲਾ ਓਏ ਲੱਲਾ ਹੋ ਗਈ। ਕੂਕਾਂ ਕਲਕਾਰੀਆਂ ਦੱਸ ਰਹੀਆਂ ਸੀ, ਜ਼ਮੀਰ ਢਹਿ ਗਿਆ ਬਈ। ਸੁੱਚੇ ਨੇ ਚਿੱਤ ਕਰਤਾ। ਆਖਰ ਜ਼ਮੀਰ ਦਾ ਹੰਕਾਰ ਦਾ ਕਿਲਾ ਢਹਿ ਗਿਆ। ਉਸਨੇ ਆਪਣਾ ਲੰਗੋਟ ਕਿੱਲੇ ਟੰਗ ਦਿੱਤਾ। ਪੀਰਾਂ ਵਾਲੀ ਦੇ ਮੇਲੇ ਵਿੱਚ ਸੁੱਚੇ ਦੀ ਬੱਲੇ ਬੱਲੇ ਹੋ ਗਈ। ਮਿਹਰ ਮੁਲਤਾਨੀ ਨੇ ਖੁਸ਼ ਹੋ ਕੇ ਆਪਣੀਆਂ ਮੋਹਰਾਂ ਵਾਲੀ ਗੁਥਲੀ ਉਸ ਤੋਂ ਵਾਰ ਦਿੱਤੀ। ਪੀਰਾਂ ਦਾ ਪਿਆਰ ਨਾਲ ਸੁੱਚਾ ਗਦਗਦ ਹੋ ਗਿਆ। ਆਖਰੀ ਕੁਸ਼ਤੀ ਹੋਣ ਤੱਕ ਸੂਰਜ ਢਲ ਗਿਆ। ਮੰਡੇਰ ਦੇ ਗੱਠੇ ਸਰੀਰ ਵਾਲਾ ਪਹਿਲਵਾਨ ਝੰਡੀ ਲੈ ਗਿਆ। ਖਲਕਤ ਨੇ ਉਸ ਨੂੰ ਮੋਢਿਆਂ ਤੇ ਚੁੱਕ ਲਿਆ। ਉਸ ਦੀ ਬੱਲੇ ਬੱਲੇ ਹੋ ਗਈ। ਝੰਡੀ ਉਸ ਦੇ ਹੱਥ 'ਚ ਆ ਗਈ ਸੀ। ਪੀਰਾਂ ਦੇ ਪਿਆਰ ਤੇ ਪੈਸੇ ਦੀ ਵਾਛੜ ਨਾਲੋਂ ਮਾਲੋ ਮਾਲ ਹੋ ਗਿਆ। ਸ਼ਾਮ ਦਾ ਸੂਰਜ ਛੋਟੇ ਗੰਢੂਆਂ ਵੱਲ ਮੂੰਹ ਕਰਕੇ ਡੁੱਬ ਗਿਆ। ਦੂਰ ਦਰੇਡੇ ਦੇ ਪਿੰਡਾਂ ਦੇ ਲੋਕ ਤੇ ਆਖਰੀ ਕੁਸ਼ਤੀ ਵੇਖ ਵਾਪਸ ਆਪਣੇ ਟਿਕਾਣਿਆਂ ਵੱਲ ਚਲੇ ਗਏ। ਰਾਤ ਦਾ ਪਹਿਲਾ ਤਾਰਾ ਨਿਕਲਦਿਆਂ ਹੀ ਰੌਸ਼ਨੀ ਦੇ ਮੇਲੇ ਦਾ ਦੂਜਾ ਦੌਰ ਸ਼ੁਰੂ ਹੋ ਗਿਆ। ਦੂਜਾ ਦੌਰ ਦਿਨ ਵਾਲੇ ਭੀੜ ਭੜੱਕੇ ਤੋਂ, ਸ਼ੋਰ ਸ਼ਰਾਬੇ ਤੋਂ ਬਿਲਕੁਲ ਵੱਖਰਾ। ਸਰੋਤੇ ਤੇ ਦਰਸ਼ਕ ਸੁਬਹਾ ਦੇ ਚਿਹਰੇ ਦਾ ਨੂਰ ਵੇਖਣ ਲਈ ਕਦੋਂ ਦੇ ਸਟੇਜ ਕੋਲ ਬੈਠੇ ਸੀ। ਪਹਿਲਾਂ ਆਉਣ ਵਾਲਿਆਂ ਨੇ ਬਿਲਕੁਲ ਸਟੇਜ ਕੋਲ ਥਾਂ ਮੱਲ ਲਈ। ਦਰਸ਼ਕਾਂ ਦੀਆਂ ਅੱਖਾਂ ਪੱਕ ਗਈਆਂ, ਪਰ ਅਜੇ ਤੱਕ ਸਭਾ ਸਟੇਜ ਦੇ ਨੇੜੇ ਨਾ ਤੇੜੇ। ਢੋਲਕ ਵਾਜਾ ਤੇ ਖੰਜਰੀ ਵਾਲੇ ਆਪਣੇ ਸਾਜ਼ ਲੈ ਕੇ ਅਗੜ ਪਿਛੜ ਸਟੇਜ ਤੇ ਪਹੁੰਚ ਗਏ। ਉਹਨਾਂ ਨੇ ਆਪੋ ਆਪਣੇ ਸਾਜ਼ ਤਿਆਰ ਕਰਕੇ ਸੁਰਚ ਕਰ ਲਿਆ। ਸੁਬਹਾ ਦੇ ਆਉਣ ਤੋਂ ਪਹਿਲਾਂ ਉਹ ਆਪਸੀ ਤਾਲਮੇਲ ਕਰਕੇ ਸਾਜ਼ਾਂ ਨੂੰ ਮੱਥਾ ਟੇਕ ਕੇ ਅਭਿਆਸ ਕਰਨ ਲੱਗ ਪਏ। ਵਾਜਾ ਖੰਜਰੀ ਤੇ ਢੋਲਕ ਇੱਕ ਸੁਰ ਵਿੱਚ ਵੱਜਣ ਲੱਗੇ, ਪਰ ਸਰੋਤਿਆਂ ਦੀਆਂ ਨਜ਼ਰਾਂ ਸੱਭਾ ਦੀ ਤਲਾਸ਼ ਕਰ ਰਹੀਆਂ ਸੀ। ਅਜੇ ਉਹਨਾਂ ਦੇ ਸਬਰ ਦਾ ਬੰਨ੍ਹ ਟੁੱਟਣ ਹੀ ਵਾਲਾ ਸੀ।
ਘੁੰਗਰੂਆਂ ਦੀ ਮਿੱਠੀ ਆਵਾਜ਼ ਸੁਣਾਈ ਦਿੱਤੀ। ਸੁੱਬਾ ਦੇ ਹੁਸਨ ਨਾਲ ਰਾਤ ਦੀ ਕਾਲਖ ਦੂਰ ਹੋ ਗਈ। ਚਿੱਟਾ ਚਾਨਣ ਚਾਰ ਛਪੇਰੇ ਫੈਲ ਗਿਆ। ਸੀਟੀਆਂ ਤੇ ਲਲਕਾਰੇ ਵੱਜਣੇ ਸ਼ੁਰੂ ਹੋ ਗਏ। ਜਿਵੇਂ ਜਿਵੇਂ ਸੱਭਾ ਆਪਣੇ ਹਾਸਿਆਂ ਦੇ ਫੁੱਲ ਖਲੇਰਦੀ ਸਟੇਜ ਤੇ ਆ ਰਹੀ ਸੀ, ਸਜੰਦਿਆਂ ਦੇ ਵਿੱਚ ਜੋਸ਼ ਲਗਾਤਾਰ ਵੱਧਦਾ ਜਾ ਰਿਹਾ ਸੀ। ਮੇਲੇ ਦੀ ਸ਼ੋਭਾ ਵਧਾਉਣ ਲਈ ਸੱਭਾ ਨਰਤਕੀ ਪਹੁੰਚ ਗਈ। ਜਦ ਸੱਭਾ ਨਰਤਕੀ ਪੀਲੇ ਚਮਕੀਲੇ ਤੇ ਭੜਕੀਲੇ ਕੱਪੜਿਆਂ ਵਿੱਚ ਅਖਾੜੇ 'ਚ ਆਈ ਤਾਂ ਉਸਨੇ ਦਰਸ਼ਕਾਂ ਵੱਲ ਮਿੱਠਾ ਮਿੱਠਾ ਹਾਸਾ ਬਿਖੇਰਿਆ। ਉਸਦੀ ਮੁਸਕਰਾਹਟ ਨੇ ਕਈਆਂ ਦੇ ਸੀਨੇ ਵਿੰਨ੍ਹ ਦਿੱਤੇ। ਮਰਾਸੀ ਮਸ਼ਾਲ ਫੜ ਕੇ ਰੌਸ਼ਨੀ ਕਰਨ 'ਚ ਜੁਟ ਪਏ ਸੀ। ਮਸ਼ਾਲਾਂ ਦੀ ਪੀਲੀ ਰੌਸ਼ਨੀ ਸੱਭਾ ਦੇ ਚਿਹਰੇ ਨਾਲ ਪਰਿਵਰਤਿਤ ਹੋ ਕੇ ਪੰਡਾਲ ਵਿੱਚ ਖਿੰਡ ਰਹੀ ਸੀ। ਘੁੰਗਰੂਆਂ ਦੀ ਛਣ ਦਾ ਮਧੁਰ ਸੰਗੀਤ ਦਿਲਾਂ ਨੂੰ ਟੁੰਬ ਕੇ ਉਹਨਾਂ ਨੂੰ ਭਰਿਆੜ ਕਰ ਰਿਹਾ ਸੀ। ਸਰੋਤੇ ਅਸ਼ ਕਰ ਉੱਠੇ। ਵਾਹ ਬਈ ਵਾਹ, ਹੀਰ ਦੀ ਸਕੀ ਭੈਣ ਲੱਗਦੀ ਹੈ ਕਮਲਾ, ਹੀਰ ਕੀ ਰੀਸ ਕਰੂ ਇਸ ਦੀ। ਸੇਲੀਆਂ ਤੋਂ ਦੇਖੋ ਬਈ, ਤੀਰ ਕਮਾਲ ਵਾਂਗ ਨੇ। ਸੱਭਾ ਦੀ ਸੁੰਦਰਤਾ ਵੇਖ ਸਰੋਤਿਆਂ ਦੇ ਮੂੰਹ ਅੱਡੇ ਰਹਿ ਗਏ। ਸੱਚਮੁੱਚ ਹੀ ਸੱਭਾ ਦੇ ਨੈਣਾਂ ਵਿੱਚ ਝੀਲਾਂ ਦੀ ਗਹਿਰਾਈ ਸੀ। ਇਸ ਗਹਿਰਾਈ ਵਿੱਚ ਅੱਜ ਸਭ ਨੇ ਹੜ ਜਾਣਾ ਸੀ। ਦੇਖਣ ਵਾਲੇ ਨਜ਼ਰ ਹੀ ਨਹੀਂ ਸੀ ਹਟਾ ਰਹੇ। ਉਹਨਾਂ ਲਈ ਸਵਰਗ ਦਾ ਦਰਵਾਜ਼ਾ ਖੁੱਲ੍ਹ ਗਿਆ। ਪਿਛਲੇ ਸਾਲ ਮਲੇਰਕੋਟਲੇ ਵਾਲਾ ਨੂਰ ਮੁਹੰਮਦ ਆਇਆ ਸੀ। ਉਹਨੂੰ ਖਲਕਤ ਨੇ ਇੰਨਾ ਪਸੰਦ ਨਾ ਕੀਤਾ, ਪਰ ਇਸ ਵਾਰ ਸੱਭਾ ਨੇ ਆਉਣ ਨਾਲ ਮੇਲੇ ਦੀ ਰੌਣਕ ਪਹਿਲਾਂ ਨਾਲੋਂ ਦੁੱਗਣੀ ਹੋ ਗਈ। ਸੱਭਾ ਨੇ ਅਜੇ ਪਹਿਲਾਂ ਹੀ ਠੁਮਕਾ ਲਾਇਆ। ਦੇਖਣ ਵਾਲਿਆਂ ਵਿੱਚ ਸਾਹ ਸੱਤ ਬਚਿਆ ਵੀ ਉਸਨੇ ਉਹ ਵੀ ਸੂਤ ਲਿਆ। ਇੱਕ ਦੋ ਜਣੇ ਆਪੇ ਤੋਂ ਬਾਹਰ ਹੋ ਕੇ ਸੱਭਾ ਵੱਲ ਵਧਣ ਲੱਗੇ ਤਾਂ ਮੂਹਰੇ ਬੈਠੇ ਵੱਡੇ ਗੰਢੂਆਂ ਦੇ ਵੈਲੀਆਂ ਨੇ ਉਹਨਾਂ ਦੀਆਂ ਵੱਖੀਆਂ ਭੰਨ ਦਿੱਤੀਆਂ, ਪਰ ਨਸ਼ੇ ਦੀ ਲੋਰ 'ਚ ਉਹਨਾਂ ਛੀ ਨਾ ਕੀਤੀ। ਸੱਭਾ ਨੇ ਹੁਸਨ ਸ਼ਰਾਬ ਦੇ ਕੀਲੇ ਲੋਕ ਮੱਟਾਂ ਦੇ ਮੱਟ ਦਾਰੂ ਢਕਾਰ ਗਏ। ਸੱਭਾ ਦੋਵੇਂ ਹੱਥ ਹੇਠਾਂ ਲਾ ਕੇ ਤੀਰ ਕਮਾਲ ਵਾਂਗ ਤਣ ਗਈ। ਚੱਕਰ ਆਸਣ ਦੀ ਸਥਿਤੀ 'ਚ ਆਉਣ ਕਰਕੇ ਉਸਦਾ ਬਦਨ ਉਲਟ ਗਿਆ। ਜਦੋਂ ਉਸਦੇ ਬਰਫ਼ ਵਰਗੇ ਉਭਾਰ ਸਰੋਤਿਆਂ ਨੂੰ ਵਿਖਾਈ ਦਿੱਤੇ ਤਾਂ ਉਹਨਾਂ ਦੀ ਵਾਸਨਾ ਹੋਰ ਭੜਕ ਗਈ। ਸਾਰਾ ਪੰਡਾਲ ਹੀ ਉੱਠ ਕੇ ਤਾੜੀਆਂ ਮਾਰਨ ਲੱਗਾ। 12 ਵਜੇ ਤੱਕ ਅਖਾੜਾ ਚੱਲਿਆ। ਖਿੱਤੀਆਂ ਸਿਰਾਂ ਤੋਂ ਪਰਾਂ ਚਲੀਆਂ ਗਈਆਂ। ਸੱਭਾ ਸਟੇਜ ਤੋਂ ਉਤਰ ਗਈ। ਜਾਂਦੀ ਵਾਰ ਵੀ ਉਸਨੇ ਸਰੋਤਿਆਂ ਵੱਲ ਅੰਗੜਾਈ ਭੰਨ ਕੇ ਹਾਸੇ ਦੀ ਇੱਤਰ ਖਿੰਡਾਈ। ਉਸਦੇ ਓਲੇ ਹੁੰਦਿਆਂ ਹੀ ਕਲਪਿਤ ਸਵਰਗ ਢਹਿ ਢੇਰੀ ਹੋ ਗਿਆ। ਦਰਸ਼ਕਾਂ ਦੀਆਂ ਅੱਖਾਂ ਅਜੇ ਰੱਜੀਆਂ ਨਹੀਂ ਸੀ, ਮਨ ਵਿੱਚ ਖਲਾਅ ਬਾਕੀ ਸੀ। ਉਹਨਾਂ ਨੂੰ ਅਜੇ ਵੀ ਸੱਭਾ ਘੁੰਗਰੂ ਛਣਕਾਉਂਦੀ, ਨੈਣ ਮਟਕਾਉਂਦੀ ਅਤੇ ਛਾਤੀ ਦੀ ਉਭਾਰ ਨੂੰ ਦਬਾਉਂਦੀ ਨਜ਼ਰ ਆ ਰਹੀ ਸੀ। ਲੋਕ ਆਪਣੇ ਗੀਜੇ ਦੇ ਦਾਰੂ ਦੇ ਮੱਟ ਖਾਲੀ ਕਰਕੇ ਘਰਾਂ ਨੂੰ ਤੁਰ ਗਏ। ਮੇਲਾ ਵਿਛੜ ਗਿਆ। ਪੀਰਾਂ ਲਈ ਇਸ ਵਾਰ ਰੌਸ਼ਨੀ ਦਾ ਰਿਹਾ ਸੀ। ਕਰ ਲੋ ਮੌਜਾਂ ਮੇਲਾ, ਅਗਲੇ ਹਾੜ ਤੱਕ ਮੈਨੂੰ ਅਧਰੰਗ ਹੋ ਜਾਣਾ। ਫਿਰ ਪਿੰਡ ਉਦਾਸ ਹੋ ਗਿਆ। ਪੀਰਾਂ ਵਾਲੀ ਦੇ ਮਾਲਕ ਥੋੜੇ ਬਿਨਾਂ ਅਗਲੇ ਸਾਲ ਸੱਭਾ ਦੇ ਠੁਮਕੇ ਮੇਰਾ ਕਾਲਜਾ ਨਹੀਂ ਬਿੰਨ ਦੇਣਗੇ। ਉਸਦੇ ਘੰਗਰੂਆਂ ਦੀ ਛਣ ਮੈਨੂੰ ਲਹੂ ਲੁਹਾਨ ਕਰ ਦੇਵੇਗੀ। ਜਦ ਪਿੰਡ ਦੀ ਰੂਹ ਹੀ ਨਿਕਲ ਗਈ ਤਾਂ ਸੱਭਾ ਕਿਹੜੇ ਮੂੰਹ ਠੁਮਕੇ ਲਾਏਗੀ, ਕਿਹਨੂੰ ਹੱਸ ਕੇ ਵਿਖਾਏਗੀ। ਸੱਭਾ ਵੀ ਸ਼ਾਇਦ ਲੰਘ ਜਾਵੇਗੀ ਹੱਦਾਂ ਸਰਹੱਦਾਂ। ਤੁਹਾਡੇ ਜਾਣ ਤੋਂ ਬਾਅਦ ਪਿੰਡ ਅਤੇ ਸੱਭਾ ਦੇ ਜਾਣ ਤੋਂ ਬਾਅਦ ਪੰਜਾਬ ਦੀ ਰੂਹ ਉਡਾਰੀ ਮਾਰ ਜਾਵੇਗੀ। ਵੰਡਲ ਵਾਲੇ ਕੀ ਜਾਣਨ ਕਿ ਸੱਭਾ ਖੁਸ਼ੀਆਂ ਖੇੜਿਆਂ ਦੀ ਪ੍ਰਤੀਕ ਹੈ। ਉਹਨਾਂ ਤਾਂ ਉਸਦੇ ਮੱਥੇ ਤੇ ਜਾਤ ਜਾਂ ਧਰਮ ਦਾ ਠੱਪਾ ਲਾ ਕੇ ਤੋਰ ਦੇਣਾ ਨਵੇਂ ਮੁਲਕ, ਪਰ ਸੱਭਾ ਨੇ ਉੱਥੇ ਜਾ ਕੇ ਵੀ ਖੁਸ਼ੀਆਂ ਤੇ ਹਾਸੇ ਹੀ ਵੰਡਣੇ ਨੇ। ਸੱਭਾ ਦੇ ਜਾਣ ਤੋਂ ਬਾਅਦ ਸਭ ਸੌਂ ਗਏ। ਪੀਰ ਵੀ ਜੇ ਜਾਗਦਾ ਸੀ ਤਾਂ ਸਿਰਫ ਤੇ ਸਿਰਫ ਪੀਰਾਂ ਵਾਲੀ ਰਿਉਂਦ। ਰੌਸ਼ਨੀ ਦੇ ਮੇਲੇ ਤੋਂ ਬਾਅਦ ਤਾਂ ਮੁਲਕ ਦੇ ਹਾਲਾਤ ਹੋਰ ਵੀ ਬਦਲਣ ਲੱਗੇ। ਸਿਆਣੇ ਤੇ ਸਮਝਦਾਰ ਪਰਿਵਾਰ ਚੁੱਪ ਚਪੀਤੇ ਮੁਲਕ ਛੱਡਣ ਲੱਗੇ। ਲਾਹੌਰ, ਅੰਮ੍ਰਿਤਸਰ, ਕੈਲਮਪੁਰ, ਕਸੂਰ ਆਦਿਕ ਵੱਡੇ ਸ਼ਹਿਰਾਂ ਵਿੱਚ ਭਿਆਨਕ ਘਟਨਾਵਾਂ ਵਾਪਰਨ ਲੱਗੀਆਂ। ਹਾੜ ਤੋਂ ਬਾਅਦ ਸਾਉਣ ਦੇ ਭਾਰੇ ਬੱਦਲ ਵੀ ਬਰਸ ਕੇ ਹੰਭ ਗਏ। ਪਿਆਸੀ ਧਰਤੀ ਦੀ ਤੇਹ ਮਰ ਗਈ। ਵਕਤ ਦੇ ਘੋੜੇ ਭਾਦੋਂ ਵਿੱਚ ਦਖਲ ਹੋ ਗਏ। ਭਾਦੋਂ ਵਿੱਚ ਵੱਖਰੀ ਕਿਸਮ ਦੀ ਬੱਦਲ ਚੜ੍ਹੇ ਆ ਰਹੇ ਸੀ। ਬੱਦਲ ਦੇ ਨਾਲ ਨਾਲ
ਤਕੜਾ ਝੱਖੜ, ਵਾਹ ਵਰੋਲਾ, ਗੜੇ ਕਾਕੜੇ, ਸੁਨਾਮੀ ਵੀ ਆ ਰਹੀ ਸੀ। ਇਸ ਕਲੈਣੀ ਰੁੱਤੇ ਅਸਮਾਨੀ ਬਿਜਲੀ ਨੇ ਮਾਮੇ ਭਾਣਜੇ ਤੇ ਨਹੀਂ ਸਗੋਂ ਭਾਈਚਾਰਕ ਸਾਂਝ ਤੇ ਡਿੱਗਣਾ ਸੀ। ਸਾਉਣ ਦੀਆਂ ਬਾਰਸਾਂ ਨਾਲ ਆਫਰੀ ਧਰਤੀ ਨੂੰ ਧਰਮ ਦਾ ਬੁਖਾਰ ਚੜ੍ਹਨ ਜਾ ਰਿਹਾ ਸੀ। 47 ਦਾ ਵਰ੍ਹਾ ਚੜ੍ਹਿਆ ਤਾਂ ਆਮ ਵਰ੍ਹਿਆਂ ਵਾਂਗ ਸੀ, ਪਰ ਉਤਰਨਾ ਸੀ ਇਸਨੇ ਇਤਿਹਾਸ ਦੇ ਸਫ਼ਿਆਂ ਤੇ ਆਪਣੀ ਅਮਿੱਟ ਛਾਪ ਛੱਡ ਕੇ। ਆਖਰ ਅੰਗਰੇਜ਼ਾਂ ਨੇ ਮੁਲਕ ਦੀ ਬਰਬਾਦੀ ਤੇ ਵੰਡ ਦਾ ਐਲਾਨ ਕਰ ਦਿੱਤਾ। ਰੈੱਡ ਕਲਿਫ ਦੀ ਇੱਕ ਝਰੀਟ ਨੇ ਗੁਰੂਆਂ ਪੀਰਾਂ ਦੀ ਸਾਂਝੀ ਧਰਤੀ ਪੰਜਾਬ ਨੂੰ ਚੀਰ ਦਿੱਤਾ। ਨਨਕਾਣਾ ਸਾਹਿਬ ਤੇ ਸੁਲਤਾਨਪੁਰ ਲੋਧੀ ਅੱਡ ਹੋਣ ਨਾਲ ਪੰਜਾਬ ਦੀ ਆਤਮਾ ਮਰ ਗਈ। ਵੰਡ ਦੇ ਕੁਹਾੜੇ ਨਾਲ ਪੈਦਾ ਹੋਈ ਉਥਲ ਪੁਥਲ ਨੇ ਚੇਤਨ ਸ਼ਕਤੀਆਂ ਦਾ ਦਿਮਾਗ ਸੁੰਨ ਕਰ ਦਿੱਤਾ। ਉਜਾੜੇ ਦਾ ਸ਼ਿਕਾਰ ਤੇਰਾ ਭਾਣਾ ਮੀਠਾ ਲਾਗੇ ਨਾਲ ਸਬਰ ਕਰਕੇ ਰਾਹਾਂ ਵਿੱਚ ਰੋਣ ਲਈ ਤਿਆਰ ਹੋ ਗਈਆਂ। ਦੁਸ਼ਮਣ ਦੇ ਮੂਲ ਮੰਤਰ ਨੂੰ ਸਮਝਣ ਦਾ ਅੱਜ ਦੀ ਘੜੀ ਕਿਸੇ ਕੋਲ ਸਮਾਂ ਨਹੀਂ ਸੀ, ਸਿਵਾਏ ਰਾਹਾਂ ਦੀਆਂ ਖੱਜਲ ਖੁਆਰੀਆਂ ਤੇ ਦੁਸ਼ਵਾਰੀਆਂ ਦੇ। ਸਾਰੇ ਮੁਲਕ ਵਿੱਚ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਸੀ, ਪਰ ਪੀਰਾਂ ਵਾਲੀ ਦੇ ਮਾਲਕ ਗੰਭੀਰ ਸੋਚ ਵਿੱਚ ਡੁੱਬ ਗਏ। ਅੰਮ੍ਰਿਤਸਰ, ਲਾਹੌਰ ਵੱਲੋਂ ਆ ਰਹੀਆਂ ਜ਼ਹਿਰੀਲੀਆਂ ਹਵਾਵਾਂ ਨਾਲ ਉਹਨਾਂ ਦੇ ਬੁੱਲ੍ਹਾਂ ਤੇ ਸਿੱਕਰੀ ਆਈ ਹੋਈ ਸੀ। ਜਦ ਸਾਰੇ ਪਾਸੇ ਹੀ ਹਵਾਵਾਂ ਪੁੱਠੀਆਂ ਚੱਲ ਪਈਆਂ ਤਾਂ ਪੀਰਾਂ ਵਾਲੀ ਇਸ ਅੱਗ ਦੇ ਸੇਕ ਤੋਂ ਕਿਵੇਂ ਬਚ ਸਕਦਾ ਸੀ। ਪੀਰਾਂ ਵਾਲੀ ਦੇ ਸਿੱਖ ਹਿੰਦੂ ਪਰਿਵਾਰ ਵੀ ਮੁਸਲਮਾਨ ਪਰਿਵਾਰਾਂ ਨਾਲ ਭੈਭੀਤ ਹੋ ਗਏ। ਦੋਹਾਂ ਧਿਰਾਂ ਦੇ ਮਿਲਵਰਤਨ 'ਚ ਚਾਹੇ ਕਮੀ ਨਾ ਆਈ, ਪਰ ਦਿਲ ਅੰਦਰੋਂ ਅੰਦਰੀ ਦੂਰ ਹੁੰਦੇ ਜਾ ਰਹੇ ਸੀ। ਦੋਵੇਂ ਧਿਰਾਂ ਇੱਕ ਦੂਜੀ ਤੋਂ ਹੀ ਡਰ ਕੇ ਵਕਤ ਟਪਾ ਰਹੀਆਂ ਸੀ। ਪੀਰਾਂ ਵਾਲੀ ਦੇ ਨੇੜਲੇ ਪਿੰਡਾਂ ਦੇ ਮੁਸਲਮਾਨ ਪਿੰਡ ਛੱਡਣ ਲੱਗੇ, ਪਰ ਪੀਰਾਂ ਨਾਲ ਆਪਣੀਆਂ ਜੜ੍ਹਾਂ ਨਾਲੋਂ ਟੁੱਟਣਾ ਬਹੁਤ ਔਖੀ ਘੜੀ ਸੀ। ਉਹ ਫਿਰਕੂ ਫਸਾਦਾਂ ਦੀ ਕਾਲੀ ਹਨੇਰੀ ਰੁਕਣ ਦਾ ਇੰਤਜ਼ਾਰ ਕਰ ਰਹੇ ਸੀ, ਪਰ ਰਾਜ ਸੱਤਾ ਦੇ ਭੁੱਖੜ ਨੇਤਾ ਧਰਮ ਦਾ ਛਿੱਟਾ ਦੇ ਕੇ ਅੱਗ ਦੂਣ ਸਵਾਈ ਕਰ ਰਹੇ ਸੀ। ਆਖਰ ਉਹ ਮਨਹੂਸ ਸਮਾਂ ਆ ਗਿਆ ਜਦ ਪਿੰਡ ਦੇ ਪੀਰਾਂ ਵਾਲੀ ਛੱਡਣ ਲਈ ਰਾਜ਼ੀ ਹੋ ਗਏ। 12 ਭਾਦੋ ਦੀ ਰਾਤ ਕਹਿਰ ਦੀ ਰਾਤ ਸੀ। ਸਾਰੇ ਘਰਾਂ ਨੇ ਰਾਤ ਹੀ ਗੱਡੇ ਤੇ ਸਮਾਨ ਤਿਆਰ ਕਰ ਲਿਆ। ਚੁੱਲ੍ਹਿਆਂ ਦੀ ਅੱਗ ਬੁਝ ਗਈ। ਤੜਕਸਾਰ ਕੁੱਕਰ ਨੇ ਵਾਂਗ ਦਿੱਤੀ। ਕੁੱਕੜ ਦੀ ਵਾਂਗ ਨੇ ਨਾਲ ਹੀ ਕਾਜੀ ਉੱਠਿਆ। ਨਮਾਜ਼ ਸੁਬਾ ਸਲਾਤੁਲ ਫਜਰ ਪੜ੍ਹਨ ਲੱਗਾ, ਪਰ ਅੱਜ ਉਸ ਦਾ ਮਨ ਨਮਾਜ਼ ਪੜ੍ਹਨ 'ਚ ਨਹੀਂ ਲੱਗ ਰਿਹਾ। ਨਮਾਜ਼ ਪੜ੍ਹਨ ਤੋਂ ਬਾਅਦ ਉਸਨੇ ਹੋਕਰਾ ਮਾਰਿਆ। ਮੁਸਲਮਾਨਾਂ ਨੂੰ ਰਵਾਨਗੀ ਪਾਉਣ ਦੀ ਸੂਚਨਾ ਦਿੱਤੀ। ਤਾਰੇ ਛਿਪਣ ਤੋਂ ਪਹਿਲਾਂ ਹੀ ਮੁਸਲਮਾਨ ਨੇ ਪਿੰਡ ਛੱਡ ਦਿੱਤਾ, ਪਰ ਘਰਾਂ ਦਾ ਮੋਹ ਅਗਾਂਹ ਪੈਰ ਨਹੀਂ ਸੀ ਪੁੱਟਣ ਦੇ ਰਿਹਾ। ਉਹ ਮੁੜ ਪਿਛਾਂਹ ਨੂੰ ਜ਼ਿੰਦਰੇ ਲੱਗੇ ਘਰਾਂ ਵੱਲ ਤੱਕ ਰਹੇ ਸੀ। ਪੀਰਾਂ ਦੀ ਹਿਜਰਤ ਕਰਨ ਤੋਂ ਬਾਅਦ ਪਿੰਡਾਂ ਦੀ ਰੋਹ ਨਿਕਲ ਗਈ। ਪਿੰਡਾਂ ਨੂੰ ਪਹਿਲੀ ਵਾਰ ਅਧਰੰਗ ਹੋਇਆ। ਮੂਲ ਵਾਸੀ ਕੰਧਾਂ ਨਾਲ ਟੱਕਰਾਂ ਮਾਰ ਰੋ ਰਹੇ ਸੀ। ਅੱਜ ਕਿਸੇ ਘਰ ਰੋਟੀ ਨਹੀਂ ਸੀ ਪੱਕੀ। ਮਿਹਰ ਮੁਲਤਾਨੀ, ਹਸਨ ਮੁਹੰਮਦ ਪਟਵਾਰੀ, ਕਾਲੀ, ਪੋਸ਼, ਨੀਰੂ ਸਭ ਅੱਖਾਂ ਓਹਲੇ ਹੋ ਗਏ। ਭਰੇ ਭਰਾਏ ਗੱਡੇ ਅਤੇ ਬਾਜ਼ੀਗਰਾਂ ਦੀ ਬਸਤੀ ਲੰਘੇ ਸੀ। ਕਾਫਲੇ ਤੇ ਹਮਲਾ ਹੋ ਗਿਆ। ਹਮਲਾਵਰ ਪਹਿਲਾਂ ਹੀ ਤਾਕ 'ਚ ਬੈਠੇ ਸੀ। ਹਮਲਾ ਹੁੰਦਿਆਂ ਸਰ ਚੀਕ ਚਿਹਾੜਾ ਮਚ ਗਿਆ। ਡਰਦੇ ਜਵਾਕ ਮਾਵਾਂ ਦੀਆਂ ਛਾਤੀਆਂ ਨਾਲ ਚਿੰਬੜਦੇ ਜਾਣ। ਮੁਸਲਮਾਨ ਵੀ ਆਪਣੇ ਹਥਿਆਰ ਲੈ ਕੇ ਚੁਕੰਨੇ ਹੋ ਗਏ। ਮੂੰਹ ਤੇ ਮਡਾਸਿਆਂ ਮਾਰੀ ਹਮਲਾਵਰ ਪਿਛਲੇ ਗੱਡਿਆਂ ਤੱਕ ਅੱਪੜ ਗਏ। ਕਾਲੇ ਮੱਥੇ ਵਾਲੇ ਲੁਟੇਰੇ ਨੇ ਬੇਗੋ ਦੀ ਕੁੱਛੜ 'ਚ ਦੁੱਧ ਚੁੰਘ ਰਹੀ ਬੱਚੀ ਦੇ ਪੇਟ ਕੋਲ ਛੁਰਾ ਕੀਤਾ। ਝਾਂਜਰਾਂ ਕੱਢ, ਉਸਨੇ ਮੋਟੇ ਡੇਲੇ ਬਾਹਰ ਕੱਢੇ। ਬੇਗੋ ਨੇ ਕੰਮਦੇ ਹੱਥਾਂ ਨਾਲ ਝਾਂਜਰਾਂ ਕੱਢ ਕੇ ਉਸਦੇ ਹੱਥ 'ਚ ਫੜਾਈਆਂ। ਬੇਗੋ ਦਾ ਕੂਲਾ ਹੱਥ ਕਾਲੇ ਅਤੇ ਬੁਢੱਬੇ ਹੱਥ ਨਾਲ ਛੂਹਣ ਤੇ ਮੱਝ ਵਰਗੇ ਮਰਦ ਦੀ ਰੂਹ ਰਸ਼ਿਆ ਗਈ। ਉਹ ਬੇਗੋ ਵੱਲ ਲੁੱਚਾ ਹਾਸਾ ਹੱਸਿਆ। ਕੱਢ ਦੋ ਜੋ ਵੀ ਹੈ। ਦੂਜਾ ਲੁਟੇਰਾ ਅਗਲੇ ਗੱਡੇ ਨੂੰ ਘੇਰ ਕੇ ਖੜਾ ਸੀ। ਭੈਣ ਮਰਾਣ ਮੋਹਰਾਂ, ਤੁਸੀਂ ਲੈ ਜਾਓ, ਸਾਡੀ ਜਾਨ ਬਖਸ਼ੋ। ਬੇਗੋ ਦੇ ਪਤੀ ਨੇ ਡਰੀ ਹੋਈ ਪਤਨੀ ਨੂੰ ਵੇਖ ਛੋਟੀ ਜਿਹੀ ਸੰਦੂਕ 'ਚ ਮੋਹਰਾਂ ਵਾਲੀ ਥੈਲੀ ਕੱਢ ਕੇ ਦੇ ਦਿੱਤੀ। ਬਾਕੀ ਗੱਡੇ ਵੀ ਲੁੱਟੇ ਜਾ ਰਹੇ ਸੀ। ਗੱਡੀਆਂ ਦੀ ਰਫ਼ਤਾਰ ਵੀ ਘਟ ਗਈ। ਹਮਲਾਵਰਾਂ ਨਾਲ ਲੜਦਿਆਂ ਕਈ ਜਵਾਨ ਫੱਟੜ ਹੋ ਗਏ। ਰੰਨ ਤਾਂ ਘੈਂਟ ਹੈ ਬਈ। ਪਿੱਛੋਂ ਦੂਜੇ ਗੱਡੇ ਕੋਲ ਖੜਾ ਮਧਰਾ ਜਿਹਾ ਬੰਦਾ ਲਲਚਾਈਆਂ ਅੱਖਾਂ ਨਾਲ ਬੇਗੋ ਨੂੰ ਟਿਕੀ ਲਾ ਕੇ ਤੱਕਣ ਲੱਗਾ। ਉਸਦੇ ਬੁੱਲ੍ਹਾਂ ਤੇ ਕਮੀਨੀ ਮੁਸਕਰਾਹਟ ਫੈਲ ਰਹੀ ਸੀ।
ਵੇਖਦਾ ਕੀ ਐ, ਖਿੱਚ ਲੈ ਬਾਂਹ ਫੜ ਕੇ। ਨਾਲ ਵਾਲੇ ਨੇ ਹੱਲਾਸ਼ੇਰੀ ਦਿੱਤੀ, ਹੱਥ ਤਾਂ ਲਾ ਕੇ ਦੇਖੋ ਦਾਨਵੋ। ਗੱਡੇ 'ਚ ਬੈਠੇ ਬਜ਼ੁਰਗ ਅਤੇ ਬੇਗੋ ਦੇ ਖਾਵਨ ਦੀਆਂ ਅੱਖਾਂ 'ਚ ਖੂਨ ਉਤਰ ਆਇਆ। ਕਿਉਂ, ਜਾਨ ਨਹੀਂ ਪਿਆਰੀ? ਕਾਲੇ ਮੱਥੇ ਵਾਲੇ ਮਰਦ ਨੇ ਬੱਚੀ ਦੇ ਪੇਟ ਤੇ ਛੁਰਾ ਰੱਖ ਕੇ ਆਪਣੀ ਮਨਸ਼ਾ ਸਪਸ਼ਟ ਕੀਤੀ। ਸਾਨੂੰ ਇੱਜ਼ਤਾਂ ਪਿਆਰੀਆਂ ਨੇ, ਜਾਨਾਂ ਨਹੀਂ। ਬਜ਼ੁਰਗ ਦੇ ਬੋਲਾਂ ਵਿੱਚ ਗੜ੍ਹ ਸੀ। ਬੱਚੀ ਦੀ ਮਾਂ ਦਾ ਦਿਲ ਫੜਾਕ ਫੜਾਕ ਵੱਜ ਰਿਹਾ ਸੀ। ਉਹ ਆਉਣ ਵਾਲੀ ਹੋਣੀ ਨੂੰ ਭਾਂਪ ਰਹੀ ਸੀ। 2 ਸਾਲਾ ਬੱਚੀ ਖੱਬੀ ਦੁੱਧੀ 'ਚੋਂ ਦੁੱਧ ਚੁੰਘ ਰਹੀ ਸੀ। ਪਚਾਕ ਪਚਾਕ ਦੀ ਆਵਾਜ਼ ਆ ਰਹੀ। ਲੁਟੇਰਿਆਂ ਨੇ ਉਹਨਾਂ ਵਿਚਲੀ ਚੁੱਪ ਦੀ ਵਿੱਥ ਨੂੰ ਦੂਰ ਕਰ ਰਹੀ ਸੀ। ਦੂਰ ਖੜੇ ਲੁਟੇਰਿਆਂ ਦੀਆਂ ਨਜ਼ਰਾਂ ਦੁੱਧੀ 'ਤੇ ਜੰਮੀਆਂ ਪਈਆਂ ਸੀ। ਬੱਚੀ ਦੁੱਧੀ 'ਚੋਂ ਭੋਜਨ ਤੇ ਉਹ ਨਗਨ ਦੁੱਧੀ 'ਚੋਂ ਕਾਮ ਰਸ ਲੈ ਰਹੇ ਸੀ। ਥੋਡੀ ਓਏ ਭੈਣ ਦੀ ਸਾਲੇ ਜਿਤਾਂ ਦੇ ਕਚੀਚੀ ਵੱਟਦਿਆਂ ਕਾਲੇ ਮੱਥੇ ਵਾਲੇ ਨੇ ਜਵਾਕ ਦੀ ਬੱਖੀ 'ਚ ਛੁਰਾ ਖੋਭ ਕੇ ਮਧਾਣੀ ਵਾਂਗ ਘੁਮਾ ਦਿੱਤਾ। ਪੇਟ ਵਿੱਚ ਛੁਰੀ ਇੰਜ ਖੁੱਭ ਗਿਆ ਜਿਵੇਂ ਰਾਜਸਥਾਨੀ ਤਰਬੂਜ ਵਿੱਚ ਕਟਾਰ ਲੰਘ ਜਾਂਦੀ ਹੈ। ਛੁਰਾ ਖੋਭਣ ਦੀ ਦੇਰ ਸੀ। ਬੱਚੀ ਨੇ ਦੁੱਧ ਬਾਹਰ ਉਲਟ ਦਿੱਤਾ। ਚੀਕ ਚਿਹਾੜਾ ਮਚ ਗਿਆ। ਮਾਂ ਭੁੱਬਾ ਮਾਰ ਮਾਰ ਰੋਣ ਲੱਗੀ। ਉਸਦਾ ਤਾਂ ਕਾਲਜਾ ਹੀ ਫਟ ਗਿਆ। ਉਸਦੀਆਂ ਅੱਖਾਂ ਮੂਹਰੇ ਹਨੇਰਾ ਛਾ ਗਿਆ। ਉਸਨੂੰ ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ। ਉਸਦੇ ਹੱਥਾਂ ਵਿਚਲਾ ਸੋਨਾ ਪਲ ਵਿੱਚ ਮਿੱਟੀ ਬਣ ਗਿਆ ਤੇ ਉਸਦੇ ਹੱਥ ਪੈਰ ਸੁੰਨ ਹੋ ਗਏ। ਗਸ਼ ਖਾ ਕੇ ਗੱਡੇ 'ਚ ਹੀ ਨਿਸਲ ਹੋ ਕੇ ਡਿੱਗ ਪਈ। ਹੱਥੋਂ ਬੱਚੀ ਵੀ ਛੁੱਟ ਗਈ ਤੇ ਮੂਧੇ ਮੂੰਹ ਡਿੱਗੀ। ਬਹੁਤੀ ਚਲਾਕੀ ਕੀ ਕਰਨੀ, ਖਾਖਾਂ ਪਾੜ ਦਿਆਂਗੇ। ਉਹਨਾਂ ਦੀ ਕੜਕਵੀਂ ਆਵਾਜ਼ ਪੁੜਪੜੀਆਂ ਵਿੱਚ ਹਥੌੜੇ ਵਾਂਗ ਵੱਜੀ। ਪਿਓ ਪੁੱਤ ਚਾਹੁੰਦਿਆਂ ਵੀ ਕੁਝ ਨਾ ਕਰ ਸਕੇ। ਬੱਚੀ ਮਮਤਾ ਨਾਲੋਂ ਟੁੱਟ ਕੇ ਕਿੰਨੀ ਦੂਰ ਹੋ ਗਈ। ਮਾਂ ਦੀ ਨਗਨ ਦੁੱਧੀ ਤੇ ਦੁੱਧ ਦੀਆਂ ਬੂੰਦਾਂ ਜੰਮ ਗਈਆਂ। ਗੱਡੇ ਦੇ ਟਿਕਾਈਆਂ ਕੱਪੜਿਆਂ ਦੀਆਂ ਗਠੜੀਆਂ ਖੂਨ ਦੇ ਰੰਗ ਚੜ੍ਹਨ ਕਾਰਨ ਲਾਲ ਹੋ ਗਈਆਂ। ਖੂਨ ਦੀਆਂ ਬੂੰਦਾਂ ਗੱਡੇ ਦੇ ਫੱਟਿਆਂ ਦੀਆਂ ਵਿਰਲਾਂ ਥਾਣੀ ਕੱਕੇ ਰੇਤ 'ਚ ਜਜ਼ਬ ਹੋਈਆਂ। 25 ਲੁਟੇਰਿਆਂ ਦੀ ਟੋਲਾ ਮੌਕੇ ਤਾੜ ਕੇ ਖਿੰਡ ਗਈ। ਲੁਟੇਰਿਆਂ ਦੀ ਇੱਕ ਨਹੀਂ ਕਈ ਟੋਲੀਆਂ ਸੀ। ਪਿਛਲੇ ਗੱਡਿਆਂ ਕੋਲ ਖੜੇ 3 ਲੁਟੇਰਿਆਂ ਨੇ ਵੀ ਜਾਣ ਵਿੱਚ ਭਲਾਈ ਸਮਝੀ। ਚਲੋ ਹੁਣ ਬਥੇਰਾ ਸੋਨਾ ਸੱਪਾ ਮਿਲ ਗਿਆ। ਚੌੜੇ ਮੱਥੇ ਵਾਲੇ ਦੇ ਆਖਣ ਦੀ ਦੇਰ ਸੀ। ਉਹ ਸੂਏ ਦੀ ਪਟੜੀ ਪੈ ਗਏ। ਤੁਰ ਪਏ। ਇਹ ਹਾਲੇ ਖੜੇ ਨੇ। ਸੂਏ ਤੋਂ ਪਰਾਂ ਜਾ ਕੇ ਉਹਨਾਂ ਫਿਰ ਗੱਡਿਆਂ ਦਾ ਜਾਇਜ਼ਾ ਲਿਆ। ਨਾ ਜਵਾਕ ਚੱਕੀ ਫਿਰਦੇ ਨੇ। ਚੱਲ ਭੈਣ ਮਰਾਣ, ਆਪਾਂ ਸਮਾਨ ਵੰਡੀਏ। ਕਾਲੇ ਮੱਥੇ ਵਾਲਾ ਮਧਰਾ ਜਿਹਾ ਬੰਦਾ ਲੁੱਟ ਦਾ ਸਮਾਨ ਲੈਣ ਲਈ ਤਰਲੋ ਮੱਛੀ ਹੋਣ ਲੱਗਾ। ਸਮਾਨ ਵੰਡਦਿਆਂ ਉਹਨਾਂ ਦੀ ਇੱਕ ਵਾਰ ਧੌਣ ਚੁੱਕ ਕੇ ਵੇਖਿਆ। ਗੱਡੇ ਬਾਹਮਣਾ ਵਾਲੇ ਨੂੰ ਚੱਲ ਪਏ ਸੀ। ਬਲਦ ਚੁੱਪਚਾਪ ਤੁਰੇ ਜਾ ਰਹੇ ਸੀ, ਪਰ ਗੱਡਿਆਂ ਦੀ ਚੂੰ ਚੂੰ ਦੀ ਆਵਾਜ਼ ਕਿਸੇ ਵੇਲੇ ਦੀ ਮੌਤ ਦੀ ਦਾਵਤ ਦੇ ਸਕਦੀ ਸੀ। ਜੀ ਕਰਦਾ ਕਿਸੇ ਖੂਹ 'ਚ ਛਾਲ ਮਾਰਾਂ। ਗੱਡੇ 'ਚ ਬੇਚੈਨ ਬੈਠੇ ਵਡੇਰੇ ਬਜ਼ੁਰਗ ਦੀ ਜ਼ਿੰਦਗੀ ਜਿਉਣ ਦੀ ਇੱਛਾ ਹੀ ਮਰ ਰਹੀ ਸੀ। ਕਿੱਥੋਂ ਦੀ ਸੀ ਸਾਲੇ ਇਹ ਮਲੰਗ? ਬਜ਼ੁਰਗ ਨੇ ਫਿਰ ਉਸ ਟਿੱਬੀ ਵਾਲੇ ਤੱਕਿਆ ਜਿਸ ਪਾਸੇ ਉਹ ਅਲੋਪ ਹੋਏ ਸੀ। ਕੀ ਪਤਾ, ਮੂੰਹ ਤਾਂ ਲਪੇਟੀ ਬੈਠੇ ਸੀ। ਬੋਲੀ ਤਾਂ ਲਠੇਰੇ ਦੇ ਲੱਗੇ। ਬੇਗੋ ਦਾ ਖਸਮ ਬੋਲਿਆ। ਪਾਣੀ ਦੇ ਛਿੱਟੇ ਮਾਰਨ ਨਾਲ ਬੇਗੋ ਨੂੰ ਹੋਸ਼ ਆ ਗਈ। ਹਾਏ ਮੇਰੀ ਬੱਚੀ, ਹਾਏ ਮੇਰੀ ਬੱਚੀ। ਉਹ ਬੱਚੀ ਬਿਨਾਂ ਪਾਗਲ ਹੋ ਗਈ ਸੀ। ਉਹਨੂੰ ਜਾਪਿਆ ਕਾਲੇ ਮੱਥੇ ਵਾਲਾ ਹੈਵਾਨ ਅਜੇ ਵੀ ਉਸਨੂੰ ਦਾ ਪਿੱਛਾ ਕਰਦਾ ਆ ਰਿਹਾ ਹੈ। ਚੁੱਪ ਕਰ ਮੇਰੀ ਧੀ, ਚੁੱਪ ਕਰ ਮੇਰੀ ਧੀ। ਸਾਨੂੰ ਕਿਹੜਾ ਪਿਆਰੀ ਨਹੀਂ ਸੀ ਤਾਨੀਆਂ। ਬੇਗੋ ਦੇ ਕੋਲ ਬੈਠੀ ਸੱਸ ਆਪ ਰੋਂਦੀ ਰੋਂਦੀ ਵੀ ਉਸਨੂੰ ਚੁੱਪ ਕਰਾਉਣ ਦਾ ਅਸਫਲ ਯਤਨ ਕਰ ਰਹੀ ਸੀ। ਉਤਲੇ ਨੂੰ ਵੀ ਕੱਢ ਲੈਣ ਦੇ ਰੜਕਾਂ। ਬਜ਼ੁਰਗ ਨੇ ਰੱਬ ਨੂੰ ਵੰਗਾਰਿਆ। ਇੱਕ ਪਾਸੇ ਦੀ ਭਾਦੋਂ ਦੀ ਤਿੱਖੀ ਧੁੱਪ ਵਿੱਚ ਭੁੱਜਦੇ ਮੱਕੀ ਦੇ ਦਾਣਿਆਂ ਵਾਂਗ ਭੁੰਨ ਰਹੀ ਸੀ ਤੇ ਦੂਜੇ ਪਾਸੇ ਭੁੱਖ ਨਾਲ ਖੋਹ ਪੈਣ ਲੱਗੀ। ਦੁਪਹਿਰਾ ਹੋ ਗਿਆ। ਗੱਡੇ ਬਾਹਮਣਾ ਵਾਲ ਦੇ ਵੱਡੇ ਪਹੇ ਤੇ ਜਾ ਚੜ੍ਹੇ। ਬੁਢਲਾਡੇ ਵਾਲੇ ਪਾਸਿਓਂ ਵੀ ਕਿੰਨੇ ਹੀ ਗੱਡੇ ਤੁਰੇ ਆਉਂਦੇ ਸੀ। ਬਹੁਤੇ ਮੁਸਾਫਰ ਬੱਚਿਆਂ ਨੂੰ ਮੋਢਿਆਂ ਤੇ ਟੰਗੀ, ਸਿਰਾਂ ਤੇ ਸਮਾਨ ਰੱਖੀ ਪੈਦਲ ਤੁਰੇ ਆਉਂਦੇ ਸੀ। ਬਾਹਮਣੋਵਾਲ ਕੋਲ ਤਾਂ ਲਗਭਗ 20 ਪਿੰਡਾਂ ਦਾ ਤਕੜਾ ਕਾਫਲਾ ਬਣ ਗਿਆ। ਪਸ਼ੂ ਡੰਗਰ ਵੀ ਨਾਲ ਤੁਰੇ ਆਉਂਦੇ ਸੀ। ਆਉਂਦੇ ਆਉਂਦੇ ਵਾਥੂ ਖੱਬਲ ਦੀਆਂ ਤਿੜਾਂ ਨੂੰ ਵੀ ਮੂੰਹ ਮਾਰ ਰਹੇ ਸੀ।
ਅੱਜ ਤਾਂ ਬੱਕਰੀਆਂ, ਗਾਵਾਂ, ਲਵੇਰੀਆਂ, ਕੁੱਕੜ, ਊਠ, ਬਲਦ ਸਭ ਇੱਕ ਹੋ ਕੇ ਤੁਰੇ ਆ ਰਹੇ ਸੀ। ਡੰਗਰਾਂ ਵਿੱਚ ਇੰਨਾ ਏਕਾ ਹੋ ਗਿਆ ਸੀ, ਖਿੰਡ ਗਈ ਸੀ ਤਾਂ ਸਿਰਫ ਤੇ ਸਿਰਫ ਮਨੁੱਖਤਾ। ਮੂਰਲੇ ਗੱਡਿਆਂ 'ਤੇ ਬੈਠੇ ਮਰਦ ਔਰਤਾਂ ਦੂਰੋਂ ਆਏ ਗੱਡਿਆਂ ਜਾਂ ਰਾਹਗੀਰਾਂ ਵੱਲ ਗੌਰ ਨਾਲ ਤੱਕ ਰਹੇ ਸੀ। ਨਿਗਾਹ ਲਾ ਕੇ ਤੱਕਣ ਦਾ ਮਤਲਬ ਆਪਣੇ ਅੰਗੀ ਸੰਗੀ ਦੀ ਪਛਾਣ ਕਰਨਾ ਸੀ। ਦਿਸ਼ਾਹੀਨ ਗੱਡੇ ਮੂਹਰੇ ਜਾ ਰਹੇ, ਗੱਡੇ ਦੀ ਪੈੜ 'ਚ ਪੈੜ ਧਰਦਿਆਂ ਮਗਰ ਹੀ ਮਗਰ ਤੁਰੇ ਜਾ ਰਹੇ ਸੀ। ਨੰਗਲ ਦੇ ਲਠੇਰੇ ਵਿਚਾਲੇ ਜਾ ਕੇ ਬੱਦਲਵਾਈ ਹੋ ਗਈ। ਅਸਮਾਨ ਉੱਤੇ ਉਜੜ ਜਾ ਰਹੇ ਲੋਕਾਂ ਦੇ ਮਨਾਂ ਦੇ ਘੋਰ ਬੱਦਲ ਫੈਲ ਗਏ। ਇਹਨੇ ਵੀ ਅੱਜ ਹੀ ਦੁਸ਼ਮਣੀ ਕੱਢਣੀ ਸੀ। ਪੀਰਾਂ ਵਾਲੀ ਨੇ ਬਜ਼ੁਰਗ ਨੂੰ ਉਤਾਂਹ ਕਰਕੇ ਮਿਹਣਾ ਮਾਰਿਆ। ਅਚਾਨਕ ਇੱਕਦਮ ਮੋਟੀ ਕਣੀ ਡਿੱਗੀ ਤੇ ਪਸ਼ੂਆਂ ਨੇ ਰਿੰਗਣਾ ਸ਼ੁਰੂ ਕਰ ਦਿੱਤਾ। ਬੱਕਰੀਆਂ ਇੱਕ ਦੂਜੇ ਵਿੱਚ ਵੜਨ ਤੱਕ ਜਾਣ। ਮੀਂਹ ਵਾਲਾ ਮਾਹੌਲ ਵੇਖ ਗੱਡਿਆਂ ਦੀ ਰਫ਼ਤਾਰ ਵੱਧ ਗਈ। ਪੁਲਿਸ ਦੀ ਸ਼ਹਿ ਤੇ ਸਰਦੇ ਪੁੱਜਦੇ ਘਰਾਂ ਦੀ ਹਮਾਇਤ ਮਿਲਣ ਦੇ ਇਲਾਕੇ ਦੇ ਚੋਰ, ਡਾਕੂ, ਧਾੜਵੀ ਲਾਇਸੈਂਸੀ ਅਸਲੇ ਵਾਲੇ ਕਾਫਲੇ ਨੂੰ ਖ਼ਤਮ ਕਰਨ ਲਈ ਕਈ ਦਿਨਾਂ ਤੋਂ ਤਿਆਰੀਆਂ ਕਰ ਰਹੇ ਸੀ। ਇਨਸਾਨੀਅਤ ਨੂੰ ਧਰਮ ਦਾ ਬੁਖਾਰ ਚੜ੍ਹ ਗਿਆ ਸੀ। ਅਖੌਤੀ ਹਿੰਦੂ ਤੇ ਸਿੱਖਾਂ ਨੇ ਵੇਘਰਿਆਂ ਨੂੰ ਘੇਰ ਘੇਰ ਮਾਰਨਾ ਸ਼ੁਰੂ ਕਰ ਦਿੱਤਾ। ਪੂਰੀ ਯੋਜਨਾ ਨਾਲ ਵੱਡਾ ਟੁੱਕੀ ਤੇ ਲੁੱਟ ਖੋਹ ਹੋਣ ਲੱਗੀ। ਤੇਜ਼ ਮੀਂਹ ਵਿੱਚ ਦੁਸ਼ਮਣ ਨੂੰ ਦੇਖ ਕੇ ਮੁਸਲਮਾਨਾਂ ਦੇ ਚਿਹਰੇ ਫਿੱਕੇ ਪੈ ਗਏ, ਪਰ ਮਰੇ ਤਾਂ ਪਏ ਆ ਸਮਝ ਕੇ ਮੌਤ ਨੂੰ ਪਛਾੜਨ ਲਈ ਉਹ ਸ਼ੇਰਾਂ ਵਾਂਗ ਦਹਾੜਨ ਲੱਗੇ। 94 ਨੌਜਵਾਨ ਕਰੋ ਜਾਂ ਮਰੋ ਦੀ ਨੀਤੀ ਅਨੁਸਾਰ ਟੱਕਰ ਲੈਣ ਲਈ ਅੱਗੇ ਵਧੇ। ਬੰਦੂਕਾਂ ਦੀਆਂ ਗੋਲੀਆਂ ਅਤੇ ਤਿੱਖੇ ਹਥਿਆਰਾਂ ਨਾਲ ਜਵਾਨਾਂ ਦੀਆਂ ਛਾਤੀਆਂ ਭਰਿਆੜ ਹੋ ਰਹੀਆਂ ਸੀ, ਪਰ ਫਿਰ ਵੀ ਬਹਾਦਰ ਜਵਾਨ ਫੌਲਾਦੀ ਕੰਧ ਬਣ ਕੇ ਰੱਖਿਆ ਕਰਦੇ ਜਾ ਰਹੇ ਸੀ। ਮੋਰਲੀ ਕਤਾਰ ਦੇ ਜ਼ਖਮੀ ਜਾਂ ਢਹਿ ਢੇਰੀ ਹੋਣ ਦੇ ਪਿਛਲੇ ਜਵਾਨ ਉਹਨਾਂ ਦੀ ਥਾਂ ਲੈ ਰਹੇ ਸੀ। ਜਾਨ ਅਤੇ ਇੱਜ਼ਤ ਬਚਾਉਣ ਲਈ ਕਈ ਕੁਆਰੀਆਂ ਤੇ ਔਰਤਾਂ ਨੇ ਟੋਭੇ ਵੱਲ ਖੂਹਾਂ ਵਿੱਚ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। 20 ਫੁੱਟ ਡੂੰਘਾ ਖੂਹ ਲੋਥਾਂ ਨਾਲ ਆਫਰ ਗਿਆ। ਹਮਲਾਵਰ ਦੇ ਤੇਜ਼ ਰੁੱਖ ਵਾਂਗ ਮੀਂਹ ਵੀ ਤੇਜ਼ ਹੁੰਦਾ ਜਾ ਰਿਹਾ ਸੀ। ਵਡੇਰੀਆਂ ਔਰਤਾਂ ਘਬਰਾ ਕੇ ਬੇਸ਼ੁੱਧ ਹੋ ਗਈਆਂ। ਪਿੰਡੋਂ 10 ਕੋਹ ਦੀ ਦੂਰ ਕੀ ਆਏ, ਆਪਣੀਆਂ ਜੜ੍ਹਾਂ ਨਾਲੋਂ ਕੀ ਟੁੱਟੇ। ਕਈਆਂ ਵਿੱਚ ਜਿਉਣ ਦੀ ਇੱਛਾ ਹੀ ਖਤਮ ਹੋ ਗਈ। ਰਿਸ਼ਤਿਆਂ ਦਾ ਮੋਹ ਵੀ ਤੜਫ ਤੜਫ ਕੇ ਮਰ ਗਿਆ। ਕੂਕਾਂ ਵੱਜਣ, ਕਿਲਕਾਰੀਆਂ ਵੱਜਣ, ਬਿਜਲੀ ਦੀ ਚਮਕ ਨਾਲ ਹਥਿਆਰ ਹੋਰ ਵੀ ਲਿਸ਼ਕਣ। ਜਵਾਕਾਂ ਤੇ ਬਜ਼ੁਰਗਾਂ ਦਾ ਵੀ ਲਿਹਾਜ਼ ਨਹੀਂ ਸੀ ਕੀਤਾ ਜਾ ਰਿਹਾ। ਗੁਰੂਆਂ ਪੀਰਾਂ ਦੀ ਧਰਤੀ ਤੇ ਸਿੱਖੀ ਦੇ ਭੇਸ ਵਿੱਚ ਫਿਰ ਜ਼ਕਰੀਆ ਖਾਨ ਤੇ ਮੀਰ ਮੰਨੂ ਪਤਾ ਨਹੀਂ ਕਿੱਥੋਂ ਪੈਦਾ ਹੋ ਗਏ। ਨਿੱਕੇ ਨਿੱਕੇ ਬਲੂਰਾਂ ਨੂੰ ਮਾਵਾਂ ਦੀਆਂ ਕੁੱਛੜਾਂ 'ਚੋਂ ਕੋਹ ਕੇ ਮਾਰਿਆ ਜਾ ਰਿਹਾ ਸੀ। ਅੱਧੇ ਘੰਟੇ ਦੀ ਜੱਦੋ-ਜਹਿਦ ਬਾਅਦ ਚੋਟੀ ਦੇ ਜਵਾਨ ਮੂਧੇ ਮੂੰਹ ਡਿੱਗ ਪਏ। ਜਵਾਨੀ ਖਾਕ ਹੋ ਗਈ। ਮਰਦਾਂ ਦੇ ਨਾਲ ਨਾਲ ਔਰਤਾਂ ਨੇ ਵੀ ਲੱਗਦੀ ਵਾਹ ਲਾਈ। ਤਲਵੰਡੀ ਦੀ ਇੱਥੇ ਮਰਦਾਨੀ ਔਰਤ ਹੱਥ ਵਿੱਚ ਤਲਵਾਰ ਫੜ ਕੇ ਮਾਈ ਭਾਗੋ ਧਾੜਵੀਆਂ ਵੱਲ ਵਧੀ। ਉਸ ਦੀਆਂ ਅੱਖਾਂ ਵਿੱਚ ਖੂਨ ਉਤਰ ਆਇਆ। ਉਸ ਨੇ ਦੁਸ਼ਮਣਾਂ ਨੂੰ ਲਲਕਾਰਿਆ ਤੇ ਵੰਗਾਰਿਆ, ਆਓ ਅੱਗੇ ਵਧੋ, ਕਰੋ ਹਮਲਾ ਤੇ ਨਿਭਾਓ ਆਪਣਾ ਧਰਮ। ਤੁਸੀਂ ਪਿੱਛੇ ਕਿਉਂ ਰਹਿੰਦੇ ਹੋ? ਉਸ ਦੀ ਦਹਾੜ ਨੇ ਸਾਰੇ ਹਮਲਾਵਰਾਂ ਨੂੰ ਪਿੱਛੇ ਧੱਕ ਦਿੱਤਾ। ਇਹ ਮਰਦਾਨੀ ਤਲਵੰਡੀ ਬੁਢਲਾਡਾ ਨੇੜੇ ਦੇ ਪਟਵਾਰੀ ਮੁਹੰਮਦ ਅਲੀ ਦੀ ਪਤਨੀ ਸੀ। ਮੁਹੰਮਦ ਤੇ ਉਸਦੇ 2 ਮੁੰਡਿਆਂ ਨੂੰ ਤਾਂ ਤਲਵੰਡੀ ਦੇ ਹੀ ਪੁਰਾਣੀ ਰੰਜਿਸ਼ ਵਾਲੇ ਸਰਦਾਰਾਂ ਨੇ ਮਾਰ ਮੁਕਾਇਆ ਸੀ। ਪ੍ਰਵੀਨ ਬੇਗਮ ਨੇ ਸਭ ਕੁਝ ਖਤਮ ਹੋ ਗਿਆ, ਪਰ ਗੁਰਬਾਣੀ ਵਿੱਚ ਅਥਾਹ ਵਿਸ਼ਵਾਸ ਰੱਖਣ ਵਾਲੀ ਬੇਗਮ ਪੁਰਜਾ ਕੱਟ ਕੇ ਵੀ ਮੈਦਾਨ ਨਹੀਂ ਸੀ ਛੱਡਣਾ ਚਾਹੁੰਦੀ। ਜ਼ਖਮੀ ਹੋਈ ਬੇਗਮ ਦੀ ਤਲਵਾਰ ਅਜੇ ਵੀ ਹਵਾ ਵਿੱਚ ਲਹਿਰਾ ਰਹੀ ਸੀ। ਉਸ ਦੀ ਤਲਵਾਰ ਉੱਤੇ ਲਹੂ ਅਤੇ ਮੀਂਹ ਦੀਆਂ ਰਲਵੀਆਂ ਮਿਲਵੀਆਂ ਬੂੰਦਾਂ ਟਪਕ ਰਹੀਆਂ ਸੀ। ਉਸ ਦੀ ਤਲਵਾਰ ਦੀ ਨੋਕ ਅਸਮਾਨ ਵੱਲ ਕੀ ਹੋਈ। ਬਦਲੀਆਂ ਖਿੰਡ ਗਈਆਂ। ਸਤਰੰਗੀ ਪੀਂਘ ਅਸਮਾਨ ਵਿੱਚ ਘੁਲ ਗਈ। ਅਚਾਨਕ ਪੀਰਾਂ ਵਾਲੀ ਵੱਲੋਂ ਆਏ ਲੁਟੇਰਿਆਂ ਦੇ ਦਲ ਨੇ ਪਿੱਛੋਂ ਕਾਇਰਾਨਾ ਹਮਲਾ ਕੀਤਾ। ਤੇਜ਼ੀ ਨਾਲ ਕੀਤੇ ਵਾਰ ਨੇ ਬੇਗਮ ਨੂੰ ਚਿੱਤ ਕਰ ਦਿੱਤਾ। ਚੌੜੇ ਅਤੇ ਕਾਲੇ ਮੱਥੇ ਵਾਲੇ ਨੇ ਦੋਵੇਂ ਹੱਥ ਜੋੜ ਕੇ ਇੰਨੀ ਤੇਜ਼ ਅਤੇ ਤਾਕਤ ਨਾਲ ਹਮਲਾ ਕੀਤਾ ਕਿ ਉਸ ਦਾ ਵਰਸ਼ਾ ਬੇਗਮ ਦੀ ਨਾਭੀ ਪਾੜ ਕੇ ਬਾਹਰ ਨਿਕਲ ਆਇਆ। ਸਵੇਰ ਵਾਲੇ ਲੁਟੇਰੇ ਤਾਜ਼ੀਆਂ ਲੋਥਾਂ ਵਿੱਚੋਂ ਲੰਘਦੇ ਹੋਏ ਪੀਰਾਂ ਵਾਲੀ ਦੀ ਬੇਗੋ ਨੂੰ ਲੱਭਣ ਲੱਗੇ। ਅਜੇ ਤੱਕ ਸਹਿਕ ਰਹੀਆਂ ਰੂਹਾਂ ਨੂੰ ਆਖਰੀ ਵਾਰ ਨਾਲ ਟਿਕਾਣੇ ਲਾਉਣ ਵਿੱਚ ਵੀ ਢਿੱਲ ਨਹੀਂ ਸੀ ਵਰਤ ਰਹੇ। ਉਹ ਅਗਲੇ ਗੱਡਿਆਂ ਵੱਲ ਵੱਧ ਰਹੇ ਸੀ। ਵੇਖੋ ਅੱਗੇ ਹੋ ਕੇ ਵੇਖ,
ਸਿਆਣ 'ਚ ਨਹੀਂ ਆਉਂਦੀ। ਅਗਲਿਆਂ ਗੱਡਿਆਂ ਕੋਲ ਤਾਂ ਵੇਖ, ਆ ਜਾ ਹਿੰਮਤ ਨਾਲ ਲੱਭ ਗਈ। ਉਹ ਵੇਗੋ ਤੱਕ ਅੱਪੜ ਗਏ, ਪਰ ਗੁਲਾਬ ਦੇ ਫੁੱਲ ਵਰਗਾ ਮਹਿਕਾਂ ਵੰਡਦਾ ਵੇਗੋ ਦਾ ਚਿਹਰਾ ਹੁਣ ਤੱਕ ਆਪਣੀ ਸੁੰਦਰਤਾ ਗੁਆ ਬੈਠਾ ਸੀ। ਆਖਰ ਹਿਰਨੀ ਬਘਿਆੜਾਂ ਦੇ ਵੱਸ ਪੈ ਗਈ। ਉਹ ਵੇਗੋ ਨੂੰ ਗੱਡੇ 'ਚੋਂ ਸਹਿਕਦੀ ਹੋਈ ਨੂੰ ਘੜੀਸ ਕੇ ਲੈ ਗਏ। ਵੇਗੋ ਛੁਡਾ ਕੇ ਗੱਡੇ ਵੱਲ ਜਾਣ ਦਾ ਸਫਲ ਯਤਨ ਕਰਦੀ ਰਹੀ। ਸਾਲੀ ਚੱਚਰ ਕਰਦੀ ਆ, ਮੈਨੂੰ ਕਰਨੀ ਪਊ ਲੋਟ। ਆਖ ਮਾਦਰੇ ਕੱਦ ਵਾਲੇ ਨੇ ਕਮਰ ਕੋਲੋਂ ਵਲੇਮਾ ਪਾ ਜੱਫਾ ਮਾਰ ਤੇ ਚੁੱਕ ਕੇ ਕਮਾਦ ਵਿੱਚ ਲੈ ਗਿਆ। ਸਿਰ ਤੋਂ ਪਰਨਾ ਉਤਾਰ ਕੇ ਉਸਦਾ ਮੂੰਹ ਬੰਨ੍ਹ ਦਿੱਤਾ। ਵੇਗੋ ਦਾ ਸਾਹ ਘੁੱਟ ਗਿਆ। ਉਹ ਅੰਤਮ ਦਮ ਤੱਕ ਲੜਦੀ ਰਹੀ। ਅਚਾਨਕ ਬਿਜਲੀ ਲਿਸ਼ਕਣ ਤੋਂ ਬਾਅਦ ਹਨੇਰਾ ਜਿਹਾ ਹੋ ਗਿਆ। ਕਮਾਦ 'ਚ ਲਾਸ਼ ਬਣ ਲੇਟੀ ਪਈ ਵੇਗੋ, ਆਪਣੇ ਲਈ ਮੌਤ ਮੰਗਣ ਲਈ। ਪਰ ਹਫਸ ਦੇ ਭੁੱਖੇ ਸ਼ਿਕਾਰੀ ਉਸ 'ਤੇ ਜੰਗਲੀ ਕੁੱਤਿਆਂ ਵਾਂਗ ਟੁੱਟ ਕੇ ਪੈ ਗਏ। ਖੁੱਲ੍ਹੀ ਮੂਰੀ ਵਾਲੀ ਸਲਵਾਰ ਅਤੇ ਟਿੱਚ ਬਟਨਾਂ ਵਾਲੀ ਕਮੀਜ਼ ਲੀਰੋ ਲੀਰ ਹੋ ਗਈ। ਜੇ ਬਾਹਰ ਮੁਸਲਮਾਨਾਂ ਦਾ ਯੁੱਧ ਚੱਲ ਰਿਹਾ ਸੀ ਤਾਂ ਇੱਧਰ ਵੇਗੋ ਦੇ ਅੰਦਰ ਵੀ ਇੱਕ ਯੁੱਧ ਚੱਲ ਰਿਹਾ ਸੀ। ਆਖਰ ਵੇਗੋ ਉਸ ਗੰਨੇ ਵਾਂਗ ਹੋ ਗਈ ਜਿਸ ਦਾ ਰਸ ਕੱਢ ਲਿਆ ਹੋਵੇ। ਕੁਝ ਸਮੇਂ ਬਾਅਦ ਮੀਂਹ ਰੁਕ ਗਿਆ। ਬੱਦਲ ਵੀ ਆਪਣੇ ਰਾਹ ਪੈ ਗਏ। ਸਭ ਕੁਝ ਸ਼ਾਂਤ ਹੋ ਗਿਆ। ਪਿੱਛੇ ਬਾਕੀ ਰਹਿ ਗਈ ਸੀ ਲੋਥਾਂ ਦੀ ਨੁਮਾਇਸ਼। ਧੋਰੀ ਖਾਲ ਵਿੱਚ ਵਗਦੇ ਪਾਣੀ ਵਾਂਗ ਲਹੂ ਨਿਵਾਣ ਵੱਲ ਰਸਤਾ ਬਣ ਕੇ ਛੱਪੜ ਵਿੱਚ ਜਾ ਮਿਲਿਆ। ਛੱਪੜ ਦਾ ਪਾਣੀ ਵੀ ਰੰਗ ਵਟਾ ਗਿਆ। ਸ਼ਰਮਸ਼ਰ ਹੋਏ ਪਾਣੀ ਨੇ ਆਪਣੀ ਹੋਂਦ ਗਵਾ ਲਈ ਸੀ। ਹੁਣ ਤਾਂ ਤੇਰੇ ਵੀ ਕਾਲਜੇ ਠੰਡ ਪੈ ਗਈ ਹੋਣੀ। ਤੂੰ ਵੀ ਜਸ਼ਨ ਮਨਾ ਲਿਆ ਵੈਰੀਆ। ਪੀਰਾਂ ਵਾਲੀ ਦੇ ਬਜ਼ੁਰਗ ਨੇ ਰੱਬ ਨੂੰ ਮਿਹਣਾ ਮਾਰਿਆ। ਬੁੱਢੇ ਬਜ਼ੁਰਗ ਤੋਂ ਇਹ ਸਭ ਕੁਝ ਆਪਣੀਆਂ ਅੱਖਾਂ ਦੇ ਸਾਹਮਣੇ ਝੱਲਿਆ ਨਹੀਂ ਸੀ ਜਾ ਰਿਹਾ। ਜਵਾਨ ਪੁੱਤ ਫਸਾਦੀਆਂ ਨੇ ਮਾਰ ਦਿੱਤਾ। ਪੋਤੀ ਰਸਤੇ 'ਚ ਹੀ ਮਾਰ ਦਿੱਤੀ। ਕਿੰਨੀ ਚੁਲਬਲੀ ਸੀ ਉਸਦੀ ਪੋਤੀ ਤਾਨੀਆ। ਦਾਦੇ ਦੇ ਗਲ ਦਾ ਹਾਰ ਬਣੀ ਰਹਿੰਦੀ ਸੀ। ਚੌੜ ਵਿੱਚ ਦਾਦੇ ਦੀ ਦਾੜੀ ਵਿੱਚ ਕੂਲੇ ਹੱਥ ਮਾਰਦੀ। ਦਾਦਾ ਲੱਕੜ ਦੇ ਮੂਹੜੇ 'ਤੇ ਬੈਠਾ ਉਸਨੂੰ ਤਾਂ ਉਲਾਰਦਾ ਤਾਂ ਹੋਰ ਵੀ ਜ਼ਿਆਦਾ ਖਿੜਖਿੜਾਉਂਦੀ। ਪੁੱਤ ਅਤੇ ਪੋਤੀ ਨੂੰ ਗਵਾਉਣ ਤੋਂ ਬਾਅਦ ਨੂੰ ਵੇਗੋ ਵੀ ਕਾਮ ਦੇ ਭੁੱਖਿਆਂ ਦੇ ਵੱਸ ਪੈ ਗਈ। ਹੁਣ ਰਹਿ ਵੀ ਕੀ ਗਿਆ ਸੀ ਉਸ ਕੋਲ ਲੁਟਾਉਣ ਨੂੰ। ਉਹ ਤਾਂ ਲੁੱਟਣ ਵਾਲਾ ਵੀ ਕੋਈ ਨਹੀਂ ਸੀ। ਲੁੱਟਣ ਵਾਲੇ ਲੁੱਟੇ ਜਾ ਚੁੱਕੇ ਸੀ। ਹੁਣ ਤਾਂ ਸਿਰਫ ਲੁੱਟੇ ਜਾਣ ਵਾਲੇ ਹੀ ਬਾਕੀ ਬਚੇ ਸੀ। ਬਚਿਆ ਖੁੱਚਿਆ ਕਾਫਲਾ ਘੱਗਰ ਨਦੀ ਕੋਲ ਪਹੁੰਚਿਆ। ਬਰਸਾਤਾਂ ਕਾਰਨ ਘੱਗਰ ਦਾ ਪਾਣੀ ਚੜ੍ਹ ਗਿਆ। ਤੰਗ ਪੁਲ ਤੋਂ ਲੰਘਦਿਆਂ ਕਈਆਂ ਨੇ ਹੌਸਲੇ ਨਾਲ ਪੁਲ ਸਰ ਕੀਤਾ। ਬਹੁਤੇ ਅਣਖ ਵਾਲੇ ਜਿਨ੍ਹਾਂ ਦਾ ਲਾਹੌਰ ਲੁੱਟਿਆ ਜਾ ਚੁੱਕਾ ਸੀ, ਉਹ ਘੱਗਰ ਦੇ ਪਾਣੀ 'ਚ ਛਾਲ ਮਾਰ ਕੇ ਮਰ ਗਏ। ਪੀਰਾਂ ਵਾਲੀ ਦਾ ਬਜ਼ੁਰਗ ਵੀ ਘੱਗਰ ਕੋਲ ਜਾ ਕੇ ਆਪਣੇ ਆਪ ਨਾਲ ਬੋਲਿਆ, ਜੇ ਇਨਸਾਨ ਤੋਂ ਪਹਿਲਾਂ ਮੁਸਲਮਾਨ ਹਾਂ ਤਾਂ ਨਹੀਂ ਚਾਹੀਦਾ ਮੈਨੂੰ ਇਹ ਜੀਵਨ। ਫਿਰ ਉਸਨੇ ਅੱਖਾਂ ਮੀਚ ਕੇ ਘੱਗਰ 'ਚ ਛਾਲ ਮਾਰੀ। ਘੱਗਰ ਨੂੰ ਕੀ ਫਰਕ ਪੈਣਾ ਸੀ, ਉਹ ਤਾਂ ਵਗਦਾ ਹੀ ਜਾ ਰਿਹਾ ਸੀ। ਪਿਛਲੇ ਪਿੰਡਾਂ 'ਚ ਹੋਈ ਵੱਡਾ ਟੁੱਕੀ ਕਾਰਨ ਘੱਗਰ ਦਾ ਨਿਰਮਲ ਪਾਣੀ ਵੀ ਲਾਲ ਹੋ ਗਿਆ। ਘੱਗਰ ਦੇ ਪਾਣੀ ਵਾਂਗ ਬਚਿਆ ਖੁੱਚਿਆ ਕਾਫਲਾ ਵੀ ਦਿਸ਼ਾਹੀਣ ਹੋ ਕੇ ਅੱਗੇ ਚੱਲ ਪਿਆ ਕਿਸੇ ਨਵੀਂ ਜ਼ਿੰਦਗੀ ਦੀ ਤਲਾਸ਼ ਵਿੱਚ। ਪੀਰਾਂ ਵਾਲੀ 'ਚੋਂ ਤਾਂ ਖੁਰਾ ਖੋਜ ਮਿਟ ਗਿਆ ਸੀ। ਦੁਪਹਿਰ ਤੱਕ ਪੀਰਾਂ ਵਾਲੀ ਅੱਧਾ ਖਾਲੀ ਹੋ ਗਿਆ। ਨਹੀਂ ਅੱਧਾ ਨਹੀਂ, ਸਾਰਾ ਹੀ। ਪੀਰ ਪਿੰਡ ਦੇ ਮਾਲਕ ਹੀ ਘਰ ਛੱਡ ਗਏ। ਪੀਰ ਬਾਬਾ ਸ਼ਾਹ ਹੁਸੈਨ ਦੀ ਕਬਰ ਅਤੇ ਮਸੀਤ ਸੁੰਨੀ ਹੋ ਗਈ। ਅੱਜ ਮਸੀਤ ਵਿੱਚ ਕਿਸੇ ਮੁਸਲਮਾਨ ਦੀ ਆਵਾਜ਼ ਸੁਣਾਈ ਨਹੀਂ ਸੀ ਦੇ ਰਹੀ। ਪੀਰਾਂ ਵਾਲੀ ਇੱਕ ਖਾਸ ਕਿਸਮ ਦੀ ਚੁੱਪ ਪਸਰ ਗਈ ਸੀ, ਜਿਹੜੀ ਚੁੱਪ ਰਹਿ ਕੇ ਵੀ ਕਿੰਨਾ ਸ਼ੋਰ ਕਰ ਰਹੀ ਸੀ। ਧੰਨਵਾਦ ਦੋਸਤੋ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ, ਤੁਹਾਡੇ ਲਈ।